ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਹਾਰਿਆ। ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ। ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਦ ਸੰਹਾਰਿਆ। ਸਾਧ ਜਨਾ ਹੋਏ ਕਿਰਪਾਲਾ, ਬਿਗਸੇ ਸਭ ਪਰਵਾਰਿਆ। ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰਗੋਬਿੰਦ ਕੀ। ਸੂਖ ਮੰਗਲ ਕਲਿਆਣ ਵਿਚਾਰਿਆ ਰਹਾ। ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ, ਸਗਲੇ ਜੀ ਸਾਧਾਰਿਆ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ, ਸਗਲੇ ਜੀ ਸਾਧਾਰਿਆ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰਪਾਰ ਅਜ਼ਮਤ ਬਖਸ਼ਿਸ਼ ਸ਼ਾਮ ਸਮੇਂ ਸੰਗਤ ਦੇ ਇਸ ਸਮੇਂ ਨੂੰ ਅਸੀਂ ਪ੍ਰਾਪਤ ਕੀਤਾ ਹੈ, ਮਾਣ ਰਹੇ ਹਾਂ। ਗੁਰਬਾਣੀ ਵਿਆਖਿਆਨ ਜੋ ਹਰ ਰੋਜ਼ ਸ਼ਾਮ ਮੁਸਲਸਲ ਚੱਲਦਾ ਹੈ, ਇਸ ਅੰਦਰ ਬਿਲਾਵਲ ਰਾਗ ਅਤੇ ਇਸ ਰਾਗ ਦੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਦੋ ਪਦਿਆਂ ਦੇ ਸ਼ਬਦ ਅਸੀਂ ਵਿਚਾਰਦੇ ਹਾਂ। ਜੋ ਸ਼ਬਦ ਆਪਨੇ ਜੇ ਹੁਣੇ ਸਰੋਤ ਕੀਤਾ ਹੈ, ਇਸ ਪਾਵਨ ਬਚਨ ਦੀ ਇੱਕ ਉਥਾਨਕਾ ਹੈ। ਉਥਾਨਕਾ ਮੀਨ the time, the situation when this ਸ਼ਬਦ has been produced। ਉਹ ਜਿਹੜਾ ਵਕਤ ਹੈ, ਉਸ ਹਰ ਇੱਕ ਸ਼ਬਦ ਕਿਸੇ ਖਾਸ ਸਿਚੁਏਸ਼ਨ ਵਿੱਚ ਆਇਆ ਹੈ। ਕੁਝ ਬਾਬਤ ਹਿਸਟੋਰੀਕਲੀ ਕਿਤੇ ਕੋਈ ਐਵੀਡੈਂਸ ਪਿਆ ਆ, ਕੁਝ ਬਾਬਤ ਸ਼ਬਦ ਹੈ ਪਰ ਉਹਦਾ ਕੋਈ ਪਿਛਲਾ ਕਿਸ ਸਿਚੁਏਸ਼ਨ ਵਿੱਚ ਆਇਆ ਉਹਦੇ ਬਾਬਤ ਸਾਨੂੰ ਕੋਈ ਸੋਰਸ ਨਹੀਂ ਹੈਗਾ। ਪਰ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਬਾਰੇ ਹੈ, ਜਿਵੇਂ ਆਹ ਸ਼ਬਦ ਹੈ। ਇਸ ਸ਼ਬਦ ਦੀ ਉਥਾਨਕਾ ਕਹਿੰਦੀ ਹੈ ਕਿ ਗੁਰੂ ਅਰਜਨ ਸਾਹਿਬ ਤੇ ਉਹਨਾਂ ਦੇ ਮਹਿਲ ਸਾਡੇ ਮਾਤਾ ਗੰਗਾ ਜੀ ਸ਼ਿੱਦਤ ਦੀ ਉਡੀਕ ਤੋਂ ਬਾਅਦ, ਮੀਨ ਆਫਟਰ enjoying a long couple life, they expect a kid ਜੋ ਸਾਹਿਬਜ਼ਾਦੇ ਦੇ ਰੂਪ ਵਿੱਚ ਪ੍ਰਕਾਸ਼ ਪ੍ਰਾਪਤ ਕਰਦੇ, ਜਿਹਨਾਂ ਨੂੰ ਅਸੀਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਯਾਦ ਕਰਦੇ ਹਾਂ। ਹੁਣ ਇੱਕ ਬੜੀ ਸ਼ਿੱਦਤ ਦੀ ਉਡੀਕ ਤੋਂ ਬਾਅਦ ਘਰ ਵਿੱਚ ਬੱਚਾ ਹੋਏ ਤੇ ਡੈਫੀਨੇਟਲੀ ਆਮ ਘਰਾਂ ਦੇ ਵਿੱਚ ਕਿਸ ਕਿਸਮ ਦਾ ਇਨਵਾਇਰਮੈਂਟ ਹੋਏਗਾ, ਉਹਦੇ ਬਾਬਤ ਬੜਾ ਜ਼ਿਆਦਾ ਸਨੇਹ ਹੋਏਗਾ, ਕਿਉਂਕਿ ਬੜੀ ਇੱਕ ਉਡੀਕ ਤੋਂ ਬਾਅਦ ਬੱਚੇ ਦੀ ਆਮਦ ਹੋਈ ਹੈ। ਉਹਦੇ ਪ੍ਰਤੀ ਐਕਸਟਰਾ ਪ੍ਰੋਟੈਕਸ਼ਨ ਵੀ ਹੋਏਗੀ, ਪ੍ਰੀਕਾਸ਼ਨਸ ਵੀ ਲਈ ਜਾਣਗੇ, ਫੈਮਿਲੀ ਵਰੀ ਵੀ ਜ਼ਿਆਦਾ ਕਰੇਗੀ। ਅਤੇ ਉਹ ਬੱਚੇ ਨੂੰ ਵਕਤ ਪਾ ਕੇ ਜੇ ਕਿਤੇ ਕੁਝ ਬਿਮਾਰ ਸ਼ਮਾਰ ਹੋ ਜਾਏ ਤਾਂ ਬੜਾ ਵੱਡਾ ਫਿਕਰ ਹੋ ਜਾਏਗਾ। ਆਮ ਸੰਸਾਰੀ ਲੋਕ ਤਾਂ ਐਵੇਂ ਸੋਚਦੇ ਨੇ ਇਸ ਰੂਪ ਵਿੱਚ, ਅਤੇ ਸੋਚਣਾ ਵੀ ਚਾਹੀਦਾ ਹੈ। ਗੁਰੂ ਮਹਾਰਾਜ ਇਸ ਸਾਹਿਬਜ਼ਾਦੇ ਦੇ ਰੂਪ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲਾਲਨ ਪਾਲਨ ਕਰ ਰਹੇ ਨੇ ਬੜੇ ਵਧੀਆ ਢੰਗ ਦੇ ਨਾਲ। ਅਤੇ ਵਕਤ ਪਾ ਕੇ ਉਹਨਾਂ ਨੂੰ ਚੇਚਕ, ਜਿਹਨੂੰ ਅਸੀਂ ਚਿਕਨ ਪੌਕਸ ਕਹਿੰਦੇ ਹਾਂ,
ਉਹ ਨਿਕਲ ਆਉਂਦੀ ਹੈ ਸਮਾਲ ਪੌਕਸ ਜਾਂ ਚਿਕਨ ਪੌਕਸ ਦੇ ਰੂਪ ਦੇ ਵਿੱਚ। ਹੁਣ ਉਸ ਬਾਬਤ ਭਾਰਤੀ ਖਿੱਤੇ ਦੇ ਵਿੱਚ ਵੈਸੇ ਤਾਂ ਹਰ ਬਿਮਾਰੀ ਬਾਰੇ ਹੀ ਕੁਝ ਨਾ ਕੁਝ ਸੁਪਰਸਟੀਸ਼ੀਅਸ ਬਿਲੀਵ ਬਣੇ ਹੋਏ ਨੇ, ਇਹਦੇ ਬਾਰੇ ਵੀ ਬੜਾ ਵੱਡਾ ਬਣਿਆ। ਹੁਣ ਇਸ ਨੂੰ ਇਸ ਤਰੀਕੇ ਨਾਲ ਦੇਖਣਾ, ਜੋ ਗੁਰਮਤਿ ਦਾ ਸਕੂਲ ਆ, ਇਹ ਸਾਨੂੰ ਕਿਸੇ ਵੀ ਜਿਹੜੀ ਨੌਨਸੈਂਸ ਪ੍ਰੈਕਟਿਸ ਹੈ ਜੀਵਨ ਦੇ ਵਿੱਚ, ਉਹ ਉਸ ਨੂੰ ਕਰਨ ਤੋਂ ਬਿਲਕੁਲ ਵਰਜਦੀ ਹੈ। ਮਹਾਰਾਜ ਕਹਿੰਦੇ ਸਮਥਿੰਗ ਇਜ਼ ਨੋਟ ਮੇਕਿੰਗ ਸੈਂਸ, ਡੋਂਟ ਫੋਲੋ, ਡੋਂਟ ਇਵਨ ਥਿੰਕ ਅਬਾਊਟ ਇਟ। ਉਹ ਸਾਰੇ ਨੂੰ ਰੱਦੀ ਦੇ ਡੱਬੇ ਸੱਟੋ। ਜਿਹੜੀ ਚੀਜ਼ ਸੈਂਸੀਬਲ ਹੈ, ਜਿਹੜੀ ਚੀਜ਼ ਸਮਥਿੰਗ ਮੇਕ ਸੈਂਸ ਟੂ ਅਸ, ਅਤੇ ਉਸ ਰੂਪ ਦੇ ਵਿੱਚ ਹਾਂ ਉਹਦੇ ਬਾਬਤ ਤੇ ਅਸੀਂ ਜ਼ਰੂਰ ਸੋਚ ਸਕਦੇ ਹਾਂ। ਬਾਣੀ ਦਾ ਬਚਨ ਹੈ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਹੈ। ਉਹ ਸਭ ਰੀਤਾਂ ਰਿਵਾਜ ਰਸਮ ਕਰਮ ਕਿਸ ਆਸ਼ੇ 'ਚ ਨੇ, ਜਿਨ੍ਹਾਂ ਦੇ ਨਾਲ ਸਾਡੇ ਜੀਵਨ 'ਚ ਕੋਈ ਉਸਾਰੀ ਨਹੀਂ ਹੁੰਦੀ, ਅਤੇ ਸਾਡਾ ਜੀਵਨ ਉਹ ਕਿਸੇ ਲੈਵਲ 'ਤੇ ਉਹਦੀ ਅਪਲਿਫਟਿੰਗ ਨਾ ਹੋ ਕੇ ਤੋਂ ਸਹੀ ਰੂਪ 'ਚ ਉਹਦਾ ਕੋਈ ਜੋ ਕਸਟਮ ਕੀਤਾ ਜਾ ਰਿਹਾ ਉਹਦਾ ਸਿੱਟਾ ਨਹੀਂ ਨਿਕਲਦਾ। ਅਤੇ ਪਰ ਇਹ ਰਿਹਾ ਕਿ ਬਿਮਾਰੀਆਂ ਦੇ ਬਾਬਤ ਸਾਡੇ ਆਮ ਸੋਚਾਂ ਵਿੱਚ ਇਹ ਬਾਤ ਰਹੀ ਕਿ ਕੁਝ ਵਹਿਮ ਉਹਦੇ ਨਾਲ ਜੋੜ ਦਿੱਤੇ ਗਏ। ਉਹਨਾਂ ਵਹਿਮਾਂ ਦੀ ਪ੍ਰਤੀਪਾਲਨਾ ਕਰਦਿਆਂ ਹੋਇਆਂ ਲੋਕ ਬਿਮਾਰੀਆਂ ਦਾ ਟਰੀਟਮੈਂਟ ਕਰਨ ਲੱਗ ਗਏ, ਸਭ ਚੀਜ਼ਾਂ ਰਹੀਆਂ। ਹਾਲਾਂਕਿ ਜੇ ਟਰਡੀਸ਼ਨਲ ਮੈਡੀਸਨ ਦੇ ਵਿੱਚ ਜਾਓਗੇ ਤਾਂ ਉਹਦੇ ਵਿੱਚ ਤਾਂ ਬਹੁਤ ਕੁਛ ਹੈਗਾ ਜਿਹੜਾ ਬੈਨੀਫੀਸ਼ੀਅਲ ਹੈ, ਜਿਸ ਨੂੰ ਗੁਰੂ ਸਾਹਿਬ ਨੇ ਬੜੇ ਵੱਡੇ ਲੈਵਲ 'ਤੇ ਸਪੋਰਟ ਕੀਤਾ, ਉਸ ਨੂੰ ਪ੍ਰਮੋਟ ਕੀਤਾ। ਗੁਰੂ ਸਾਹਿਬ ਆਪ ਦਵਾਖਾਨੇ ਚਲਾਉਂਦੇ। ਗੁਰੂ ਅਰਜਨ ਸਾਹਿਬ ਨੇ ਬੜਾ ਵੱਡਾ ਦਵਾਖਾਨਾ ਤਰਨ ਸਰੋਵਰ ਦੇ ਨਾਲ ਬਣਵਾਇਆ। ਮਤਲਬ ਜਿਹੜਾ ਕੋਹੜ ਦਾ ਰੋਗ ਹੈ, ਕੁਸ਼ਟ ਰੋਗ ਹੈ, ਉਹ ਤਾਂ ਪੰਜਾਬ ਵਿੱਚੋਂ ਬਿਲਕੁਲ ਹੀ ਐਲੀਮੀਨੇਟ ਕਰਤਾ ਗੁਰੂ ਸਾਹਿਬ ਨੇ ਆਪਣੇ ਵਕਤ ਦੇ ਵਿੱਚ। ਹਾਲਾਂਕਿ ਇਹ ਬਹੁਤ ਸੀਗਾ ਉਸ ਸਮੇਂ, ਉਸ ਜ਼ਮਾਨੇ ਦੇ ਵਿੱਚ, ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਬਿਲਕੁਲ ਕਢਾਇਆ ਗਿਆ। ਵੱਡੇ ਵੱਡੇ ਦਵਾਖਾਨੇ, ਹਕੀਮ, ਵੈਦ, ਸਭ ਤਰ੍ਹਾਂ ਦਾ ਇਹਦਾ ਪ੍ਰਚਾਰ ਪ੍ਰਸਾਰ ਕਰਵਾਇਆ। ਗੁਰੂ ਸਾਹਿਬ ਆਪ ਵੈਦਾਂ ਹਕੀਮਾਂ ਕੋਲੋਂ ਦਵਾਈ ਲੈਂਦੇ, ਪਰਿਵਾਰ ਨੂੰ ਦਵਾਈ ਦਵਾਉਂਦੇ। ਇਹ ਸਭ ਚੀਜ਼ਾਂ ਰਹੀਆਂ ਜੀਵਨ ਦੇ ਅੰਦਰ। ਪਰ ਜੇ ਕਿਹਾ ਜਾਏ ਕਿਸੇ ਸੁਪਰਫਿਸ਼ੀਅਲ ਬਲੀਵ ਦੇ ਨਾਲ ਜਾਂ ਸੁਪਰਸਟੀਸ਼ੀਅਸ ਬਲੀਵ ਦੇ ਨਾਲ ਕੋਈ ਬਿਮਾਰੀ ਠੀਕ ਹੋ ਜਾਂਦੀ ਹੈ, ਜਿਵੇਂ ਆਮ ਕਰਕੇ ਲੋਕ ਕਰਦੇ, ਬਾਬਾ ਜੀ ਨੇ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਿਆ, ਬਿਲਕੁਲ ਪ੍ਰਵਾਨ ਨਹੀਂ ਕੀਤਾ। ਇਹਦੇ ਬਾਬਤ ਇਹ ਵੀ ਕਿਹਾ ਜਾਂਦਾ ਹੈ ਕਿ ਲੋਕ ਜਦੋਂ ਕਿਤੇ ਇਹ ਚਿਕਨ ਪੌਕਸ ਨਿਕਲਦਾ ਬੱਚਿਆਂ ਨੂੰ ਖਾਸ ਕਰਕੇ, ਅਤੇ ਲੋਕ ਇਸ ਨੂੰ ਕਹਿੰਦੇ ਮਾਤਾ ਨਿਕਲ ਆਈ। ਯੂ ਮਾਈਟ ਹੈਵ ਹਰਡ ਅਬਾਊਟ ਦਿਸ ਥਿੰਗਸ। ਹੁਣ ਉਹਦੇ ਬਾਬਤ ਸਾਡੇ ਦਾਨਿਸ਼ਮੰਦ ਇਹ ਕਹਿੰਦੇ ਨੇ ਕਿ ਜਦੋਂ ਬਿਮਾਰੀ ਨੂੰ ਤੁਸੀਂ ਮਾਂ ਕਹਿ ਕੇ ਪੂਜੋਗੇ, ਉਹ ਕਿਉਂ ਛੱਡ ਕੇ ਜਾਏਗੀ ਤੁਹਾਨੂੰ, ਜੋ ਤੁਹਾਡੀ ਅਪਰੋਚ ਹੀ ਉਹਦੇ ਬਾਬਤ ਇਸ ਕਿਸਮ ਦੀ ਹੈ। ਸੋ ਇਸ ਨੂੰ ਅੰਡਰਸਟੈਂਡ ਕਰੋ ਕਿ ਇਹ ਇੱਕ ਬਿਮਾਰੀ, ਇੱਕ ਡਿਜ਼ੀਜ਼ ਹੈ, ਅਤੇ ਇਹਦਾ ਇੱਕ ਪ੍ਰੋਪਰ ਤਰੀਕੇ ਨਾਲ ਟਰੀਟਮੈਂਟ ਹੋਣਾ ਚਾਹੀਦਾ। ਜਿਵੇਂ ਆਪਾਂ ਇਸ ਅੱਜ ਦੇ ਸਮੇਂ 'ਚ ਲੈ ਲਈਏ, ਅੱਜ ਦੇ ਸਮੇਂ ਦੇ ਅੰਦਰ ਕੋਵਿਡ-19 ਬਾਰੇ ਨੋ ਡਾਊਟ ਇਹਦੀ ਇਹਦਾ ਰੂਟ ਨੇ, ਇਹਦੇ ਜਿੱਥੋਂ ਆ ਰਹੀ ਹੈ, ਉਹਦੇ ਬਾਬਤ ਤੇ ਕੋਈ ਡਿਬੇਟ ਹੋ ਸਕਦੀ ਹੈ ਵੀ ਇਹ ਲੈਬ ਟੈਸਟਿੰਗ ਵਿੱਚੋਂ ਵਾਇਰਸ ਨਿਕਲ ਆਇਆ ਜਾਂ ਵਾਕਿਆ 'ਚ ਹੀ ਜਿਹੜਾ ਹੈਗਾ ਐਨੀਮਲ ਜਿੱਥੇ ਟਰੇਡ ਹੋ ਰਹੀ ਸੀ, ਐਨੀਮਲ ਟਰੇਡ ਮਾਰਕੀਟ, ਉੱਥੋਂ ਇਹ ਆ ਗਿਆ ਚਾਈਨਾ ਦੇ ਵਿੱਚ, ਵੂਹਾਂਗ ਦੇ ਵਿੱਚ ਜਦੋਂ ਹੋਇਆ। ਉਹਦੇ ਬਾਰੇ ਤਾਂ ਕੋਈ ਡਿਬੇਟ ਹੋ ਸਕਦੀ ਕਿਸੇ ਤਰੀਕੇ ਦੇ ਨਾਲ। ਪਰ ਇਹ ਮੰਨਿਆ ਜਾਏ ਕਿ ਹੌਕਸ ਆ ਅਤੇ ਇਹ ਸਭ ਕੁਛ ਆ, ਇੰਨੇ ਹਜ਼ਾਰਾਂ ਲੋਕ ਮਰ ਗਏ ਹੌਸਪਿਟਲਾਂ ਦੇ ਵਿੱਚ। 2 ਬੰਦੇ ਝੂਠ ਬੋਲ ਲੈਣਗੇ, 10 ਬੋਲ ਲੈਣਗੇ, 50 ਬੋਲ ਲੈਣਗੇ, 1000 ਬੰਦਾ, ਲੱਖ ਬੰਦਾ, 10 ਲੱਖ ਹੱਦ ਹੋ ਗਈ। ਮਤਲਬ ਤੇ ਇਹ ਬੰਦੇ ਦੀ ਇੱਕ ਪ੍ਰਵਿਰਤੀ ਵੀ ਹੈ ਕਿ ਜਿਸ ਚੀਜ਼ ਨੂੰ 1-2 ਵਾਰ ਮੈਂ ਕਹਿ ਤਾ ਆਪਣੇ ਮੂੰਹ ਤੋਂ ਵੀ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ, ਇਸ ਚੀਜ਼ ਨੂੰ ਮੰਨਦਾ ਆ, ਫਿਰ ਮੈਂ ਉਹਨੂੰ ਆਪਣੀ ਈਗੋ ਦਾ ਸਵਾਲ ਬਣਾ ਲਿਆ, ਫਿਰ ਮੈਂ ਆਪਣੇ ਅੰਦਰ ਇੱਕ ਉਹਦੇ ਬਾਬਤ ਇੱਕ ਬਲੀਵ ਸਿਸਟਮ ਬਣਾ ਲਿਆ। ਸਭ ਚੀਜ਼ਾਂ ਹੋਣਗੀਆਂ ਉਸ ਰੂਪ ਦੇ ਅੰਦਰ। ਹਾਲਾਂਕਿ ਅੱਜ ਦੀ ਤਾਰੀਖ ਦੇ ਵਿੱਚ ਵੀ ਦੇਖਿਆ ਜਾਏ, ਜੇ ਸਾਰੇ ਲੋਕ ਇਹ ਜਿਹੜਾ ਇੰਜੈਕਸ਼ਨ ਲਗਵਾ ਲੈਣ, ਤੇ ਕਈ ਵਾਰ ਕਹਿੰਦੇ ਨਹੀਂ ਇੰਜੈਕਸ਼ਨ ਤੇ ਪਤਾ ਨਹੀਂ ਕੀ ਪਾਇਆ ਹੋਣਾ ਇਹਦੇ ਵਿੱਚ, ਉਹ ਜਿਹੜੇ ਦੂਜੇ ਸਾਰੇ ਫਲੂ ਦੇ ਇੰਜੈਕਸ਼ਨ ਤੇ ਹੋਰ ਇੰਜੈਕਸ਼ਨ ਲਵਾ ਰਹੇ ਉਹਨਾਂ 'ਚ ਕੀ ਪਾਇਆ ਹੈਗਾ। ਸਾਡੀ ਕਿਹੜਾ ਘਰ ਦੀ ਜਿਹੜੀ ਹੈ ਕੋਈ ਫਾਰਮਾਸਿਊਟੀਕਲ ਇੰਡਸਟਰੀ ਹੈਗੀ ਹੈ। ਆਖਿਰਕਾਰ ਕਿਸੇ ਬਲੀਵ, ਕਿਸੇ ਵਿਸ਼ਵਾਸ ਦੀ ਦੁਨੀਆ ਚੱਲਦੀ ਹੈ। ਜਾਂ ਕਿਹੜਾ ਫੂਡ ਇਨਟੇਕ ਹੀ ਲੈ ਲਓ, ਫੂਡ ਇਨਟੇਕ ਦੇ 'ਚ ਕੀ ਕੁਛ ਹੈਗਾ ਅੱਜ, ਕਿੰਨੇ ਤਰ੍ਹਾਂ ਦੇ ਕੈਮੀਕਲਸ ਅਸੀਂ ਇਨਟੇਕ ਕਰ ਰਹੇ ਹਾਂ। ਮੈਡੀਸਨਸ ਨੇ, ਹਰ ਰੋਜ਼ ਮੈਡੀਸਨ ਦੇ ਵਿੱਚ ਰੀਕਾਲ ਹੁੰਦੀ ਹੈ, ਆਹ ਦਵਾਈ ਜਿਹੜੀ ਹੈ ਇਹਦੇ ਸਾਈਡ ਇਫੈਕਟ ਆਹ ਨੇ ਇਸ ਰੂਪ ਵਿੱਚ। ਇਹ ਮਤਲਬ ਜਦੋਂ ਤੱਕ ਸੰਸਾਰ ਵਿੱਚ ਰਹਾਂਗੇ ਵਲਨਰੇਬਿਲਿਟੀ ਰਹੇਗੀ, ਇਹੋ ਜਿਹੀਆਂ ਚੀਜ਼ਾਂ ਰਹਿਣਗੀਆਂ। ਪਰ ਇਹਦੇ ਨਾਲ ਦੀ ਨਾਲ
ਜਿਹੜੀ ਚੀਜ਼ ਕੁਝ ਸਾਇੰਸ ਕੁਝ ਡਾਟਾ ਬੇਸਡ ਕਿਸੇ ਲੈਵਲ ਤੇ ਕਿਤੇ ਕੋਈ ਫਾਇਦੇਮੰਦ ਹੈਗੀ ਹੈ ਭਾਈ, ਉਹਦੇ ਤੋਂ ਦੂਰ ਨਹੀਂ ਜਾਣਾ ਚਾਹੀਦਾ। ਹੁਣ ਤੇ ਫਾਈਜ਼ਰ ਵਾਲਿਆਂ ਨੇ ਜਿਹੜੀ ਹੈ ਪਿੱਲ ਵੀ ਕੱਢ ਦਿੱਤੀ ਆਲਮੋਸਟ ਟਰਾਇਲ ਦੇ ਵਿੱਚੋਂ। ਹੁਣ ਉਹ ਦੂਸਰੇ ਪਾਸੇ ਅਮਰੀਕਨ ਅਥਾਰਟੀਜ਼ ਦੇ ਕੋਲੋਂ ਉਹ ਸਰਟੀਫਾਈਡ ਹੋ ਰਹੇ ਨੇ, ਸਰਟੀਫਿਕੇਸ਼ਨ ਲੈ ਰਹੇ ਨੇ। ਸੋ ਇਹ ਸਭ ਚੀਜ਼ਾਂ ਨੂੰ ਇਸ ਤਰੀਕੇ ਤਰਕਾਰਤਾ ਨਾਲ ਦੇਖਣਾ। ਹਾਂ, ਇਹ ਜ਼ਰੂਰ ਹੈ ਕਿ ਬੰਦਾ ਇਹ ਸੋਚੇ ਕਿ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੋਏਗਾ ਤੇ ਸਭ ਚੀਜ਼ਾਂ ਭਾਈ ਵਕਤ ਪਾ ਕੇ ਤੂੰ ਉਹਨੂੰ ਸਮਝ ਲਏਗਾ, ਉਹਦੇ ਬਾਬਤ ਕੁਝ ਲੈ ਆਵੇਂਗਾ, ਜਿੱਥੇ ਪ੍ਰੀਕਾਸ਼ਨਸ ਲੈਣੇ ਉਹ ਲੈ ਜਾਣ। ਪਰ ਇਹ ਰੂਪ ਠੀਕ ਆ ਕਿ ਜੇ ਕੋਈ ਦਵਾਈ ਹੈ, ਜੇ ਕੋਈ ਇਸ ਕਿਸਮ ਦਾ ਦਾਰੂ ਹੈ, ਕੋਈ ਚੀਜ਼ ਹੈ, ਵਿਵੇਕ ਦਾ ਇਸਤੇਮਾਲ ਕਰੋ। ਇਸੀ ਗੁਰੂ ਸਾਹਿਬ ਨੇ ਕਿਹਾ ਵਿਵੇਕ ਹੀ ਹੋਣਾ ਚਾਹੀਦਾ। ਆਪਣੇ ਵਿਵੇਕ ਨੂੰ ਦੇਖੋ, ਇਹਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ। ਜੇ ਸਮੁੱਚੀ ਮਨੁੱਖਤਾ ਨੂੰ ਤੇ ਸਾਡੇ ਆਪਣੇ ਆਪੇ ਨੂੰ ਕਿਸੇ ਚੀਜ਼ ਤੋਂ ਵੱਧ ਨੁਕਸਾਨ ਹੈ, ਘੱਟ ਫਾਇਦਾ, ਨਾ ਕਰੋ। ਜੇ ਵੱਧ ਫਾਇਦਾ ਘੱਟ ਨੁਕਸਾਨ ਹੈ, ਕਿਸੇ ਲੈਵਲ ਤੇ ਨੁਕਸਾਨ ਐਲੀਮੀਨੇਟ ਕੀਤਾ ਜਾ ਸਕਦਾ, ਭਾਈ ਗੋ ਹੈਡ। ਇਹੀ ਗੁਰੂ ਸਾਹਿਬ ਨੇ ਇਸ ਚੀਜ਼ ਦੇ ਉੱਤੇ ਜਿਹੜੀ ਬਾਤ ਕੀਤੀ। ਹੁਣ ਬਾਤ ਕੀਤੀ ਜਾਏ ਕਿ ਉਹ ਬਿਮਾਰੀ ਚਿਕਨ ਪੌਕਸ ਆ ਗਈ, ਉਹ ਕਹਿੰਦੇ ਜੀ ਸੀਤਲਾ ਆ ਗਈ ਇਸ ਰੂਪ ਦੇ ਵਿੱਚ, ਤੇ ਗੁਰੂ ਅਰਜਨ ਸਾਹਿਬ ਸ਼ਿੱਦਤ ਦੀ ਉਡੀਕ ਤੋਂ ਬਾਅਦ ਆਏ ਹੋਏ ਘਰ ਦੇ ਵਿੱਚ ਬੱਚੇ, ਤੇ ਉਸ ਨੂੰ ਉਹ ਚੀਜ਼ ਹੋ ਗਈ ਹੈ। ਤੇ ਹੁਣ ਆਮ ਹਾਲਤਾਂ ਵਿੱਚ ਤੇ ਕੈਸੀ ਬਾਤ ਬਣੇਗੀ। ਗੁਰੂ ਸਾਹਿਬ ਨੇ ਜੀਵਨ ਜੀਆ ਪ੍ਰੈਕਟੀਕਲ ਵੇ ਦੇ ਨਾਲ। ਜਿਹੜੀ ਇਹ ਵੀ ਬਾਤ ਹੈ, ਦੇਖੀ ਇਸ ਰੂਪ ਵਿੱਚ ਦੇਖਣਾ, ਕਿਉਂਕਿ ਅਸੀਂ ਕਲੋਨੀਅਲ ਸਿਸਟਮ ਦੇ ਵਿੱਚ ਰਹੇ। ਪਹਿਲਾਂ ਮੁਗਲ ਐਮਪਾਇਰ ਦਾ ਇੱਕ ਲੈਵਲ ਸੀ, ਸਾਰੇ ਦਾ ਸਾਰਾ ਫਿਊਡਲ ਸਿਸਟਮ ਦੇ ਵਿੱਚ ਅਸੀਂ ਜੀਏ। ਜਗੀਰਦਾਰੀ ਸਮਾਜ ਸੀਗਾ। ਜਗੀਰਦਾਰੀ ਸਮਾਜ ਦੇ ਵਿੱਚ ਦੋ ਤਰ੍ਹਾਂ ਦੀ ਸੁਸਾਇਟੀ 'ਚ ਹੁੰਦੀ ਸੀ। ਇੱਕ ਹੁੰਦਾ ਸੀ ਐਲੀਟ ਕਲਾਸ, ਜਿਸ ਨੂੰ ਥੱਲੜੀ ਕਲਾਸ ਬਾਰੇ ਕੋਈ ਪਤਾ ਨਹੀਂਗਾ, ਅਤੇ ਉਹ ਜਿਹੜੀ ਉੱਪਰਲੀ ਕਲਾਸ ਆ ਉੱਥੇ ਬੈਠੀ ਹੈ ਜਗੀਰਦਾਰ ਨੇ, ਅਤੇ ਉਹਨਾਂ ਦਾ ਇੱਕ ਆਪਣਾ ਜੀਣ ਦਾ ਲਹਿਜਾ ਆ। ਜੇ ਆਪ ਥੋੜ੍ਹਾ ਬਹੁਤਾ ਲਿਟਰੇਚਰ ਪੜ੍ਹੋਗੇ ਤੇ ਚੀਜ਼ਾਂ ਸਮਝ ਆਉਣਗੀਆਂ। ਜਿਵੇਂ ਇੱਕ ਹਿੰਦੀ ਦਾ ਰਾਈਟਰ ਹੈ ਜੈਨੇਂਦਰ, ਉਹਨੇ ਜਗੀਰਦਾਰੀ ਜਦੋਂ ਖ਼ਤਮ ਹੋ ਰਹੀ ਹੈ ਗੋਰਿਆਂ ਦੇ ਜਾਣ ਤੋਂ ਬਾਅਦ, ਉਹਦੇ ਬਾਰੇ ਕਾਫੀ ਚੀਜ਼ਾਂ ਲਿਖੀਆਂ। ਇੱਕ ਜਗ੍ਹਾ 'ਤੇ ਉਹ ਬੜੀ ਸੁੰਦਰ ਢੰਗ ਨਾਲ ਕਹਾਣੀਨੁਮਾ ਰੂਪ ਇੱਕ ਬਾਤ ਲਿਖਦਾ। ਉਹ ਲਿਖਦਾ ਕਿ ਮੈਂ, ਕਿਉਂਕਿ ਉਸ ਵਕਤ ਇੱਕ ਬੜੀ ਸਿਵਲ ਮੂਵਮੈਂਟ ਵੀ ਚੱਲ ਰਹੀ ਸੀ ਥੋੜ੍ਹੀ, ਜਿਹਦੇ 'ਚ ਲੋਕ ਇਹ ਕਹਿ ਰਹੇ ਸਨ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਜਾਂ ਥੋੜ੍ਹਾ ਖਾਦੀਧਾਰੀ ਹੋ ਕੇ ਤੁਰਨਾ, ਇਸ ਕਿਸਮ ਦੇ ਨਾਲ ਉਹੋ ਜਿਹੇ ਕੱਪੜੇ ਪਾਉਣ ਲੱਗ ਗਿਆ ਮੈਂ। ਇੱਕ ਜਗੀਰਦਾਰ ਦੇ ਮੂੰਹ ਦੇ ਵਿੱਚ ਬਾਤ ਪਾ ਕੇ ਕਰੈਕਟਰ ਦੇ ਨਾਲ ਉਹ ਗੱਲਾਂ ਕਰਦੇ। ਫਿਰ ਉਸੇ ਤਰੀਕੇ ਦੇ ਨਾਲ ਮੇਰਾ ਹੋਰ ਜੀਵਨ ਕੋਲਕਾਤਾ ਤੇ ਆਲੇ ਦੁਆਲੇ ਚੱਲਣ ਲੱਗ ਗਿਆ। ਫਿਰ ਹੋਇਆ ਇਹ ਕਿ ਵਿਆਹ ਕੀਤਾ, ਅਤੇ ਜਿਸ ਨਾਲ ਵਿਆਹ ਕੀਤਾ ਉਹ ਬੜੀ ਪੜ੍ਹੀ ਲਿਖੀ ਔਰਤ ਸੀਗੀ, ਜਿਹੜੀ ਬੜੀ ਪ੍ਰਭਾਵਿਤ ਸੀ ਮੇਰੀ ਸ਼ਾਲੀਨਤਾ ਤੋਂ, ਮੇਰੇ ਸਾਦੇਪਨ ਤੋਂ, ਮੇਰੀ ਇਨਸਾਨੀ ਕਿਸਮ ਦੀ ਫਿਤਰਤ ਤੋਂ। ਅਤੇ ਉਹ ਵਿਆਹ ਹੋ ਗਿਆ। ਉਸ ਤੋਂ ਬਾਅਦ ਅਸੀਂ ਪਹਿਲੀ ਵਾਰ ਕੋਲਕਾਤਾ ਤੋਂ ਆਪਣੀ, ਜਿੱਥੇ ਸਾਡੀ ਜ਼ਮੀਨ ਜਾਇਦਾਦ ਹਵੇਲੀ ਜਗੀਰ ਸੀਗੀ, ਅਸੀਂ ਉੱਥੇ ਵਿਜ਼ਿਟ ਕਰਨ ਲਈ ਗਏ। ਜਦੋਂ ਜਾ ਰਹੇ ਹਾਂ ਅਤੇ ਅਸੀਂ ਤਾਂ ਬੱਗੀ 'ਤੇ ਹੈਗੇ ਹਾਂ, ਅਤੇ ਬੱਗੀ ਤੁਰੀ ਜਾਂਦੀ ਹੈ, ਅਤੇ ਪਿੰਡ ਦੇ ਜਦੋਂ ਨੇੜੇ ਗਏ ਅਤੇ ਉਹ ਪਿੰਡ ਦੀ ਇੱਕ ਸਰਹੰਦ ਹੁੰਦੀ ਹੈ, ਉੱਥੇ ਗੋਬਰ ਆ, ਪਸ਼ੂ ਨੇ, ਗੋਇਆ ਵਗੈਰਾ ਸਭ। ਅਤੇ ਉਹ ਸਰਹੰਦ ਆਉਂਦੀ ਅਤੇ ਉਹ ਮੂੰਹ ਕੇ ਕਹਿੰਦਾ ਵਾਈਫ ਜਿਹੜੀ ਮੇਰੀ ਉਹ ਪੱਲਾ ਦਿੰਦੀ, ਅਤੇ ਮੈਂ ਉਹਨੂੰ ਕਹਿੰਦਾ ਕਿ ਪੱਲਾ ਨਾ ਦੇ, ਇਹ ਤਾਂ ਗਲੋਰੀ ਹੈ ਪਿੰਡ ਦੀ, ਇਹ ਲੋਕ ਇਸ ਤਰੀਕੇ ਰਹਿੰਦੇ, ਇਹਨਾਂ ਲੋਕਾਂ ਤੋਂ ਪੱਲਾ ਦੇਣ ਦਾ ਮਤਲਬ ਅਸੀਂ ਇਹਨਾਂ ਤੋਂ ਨਫ਼ਰਤ ਕਰਦੇ ਹਾਂ। ਉਹ ਕਹਿੰਦੀ ਉਹਨੂੰ ਬੜਾ ਮਹਿਸੂਸ ਹੋਇਆ, ਬੜਾ ਪ੍ਰਾਊਡ ਫੀਲ ਹੋਇਆ, ਵਾਹ ਮੈਂ ਤਾਂ ਫਿਰ ਭੁੱਲ ਗਈ। ਅਤੇ ਬੜਾ ਹਿਊਮੈਨਿਟੇਰੀਅਨ ਗਰਾਊਂਡ 'ਤੇ ਸੋਚਣ ਵਾਲਾ ਬੰਦਾ ਹੈਗਾ। ਖੈਰ ਥੋੜ੍ਹਾ ਹੋਰ ਅੱਗੇ ਇਹੋ ਜਿਹੀਆਂ ਦੋ ਚਾਰ ਗੱਲਾਂ ਹੋਈਆਂ। ਲੌਂਗ ਸਟੋਰੀ ਸ਼ਾਰਟ, ਉਹ ਕਹਿੰਦੀ ਕਿ ਹਵੇਲੀ ਦੇ 'ਚ ਅਸੀਂ ਰਾਤ ਨੂੰ ਸੁੱਤੇ, ਅਤੇ ਜੋ ਦਿਨ ਚੜ੍ਹਨ ਵਾਲਾ, ਅਤੇ ਬੜੀਆਂ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਕਿਸੇ ਦੀਆਂ। ਮੈਂ ਇੱਕਦਮ ਹੜਬੜਾ ਕੇ ਉੱਠੀ ਅਤੇ ਦੌੜ ਕੇ ਬਾਹਰ ਨਿਕਲੀ, ਅਤੇ ਜਾ ਕੇ ਕੀ ਦੇਖਦੀ ਹਾਂ, ਉੱਪਰਲੀ ਮੰਜ਼ਿਲ ਤੋਂ ਥੱਲੇ ਹਵੇਲੀ ਦੇ ਜਿਹੜਾ ਕਹਿ ਲਓ ਵਿਹੜੇ ਦੇ ਵਿੱਚ, ਦਰਾਮਦੇ ਦੇ ਅੰਦਰ, ਉੱਥੇ ਕੁਝ ਗਰੀਬ ਲੋਕਾਂ ਨੂੰ ਕੁੱਟਿਆ ਜਾ ਰਿਹਾ ਡੰਡਿਆਂ ਦੇ ਨਾਲ, ਸ਼ਮਕਾਂ ਦੇ ਨਾਲ। ਅਤੇ ਮੈਨੂੰ ਇੱਕਦਮ ਅਹਿਸਾਸ ਹੋਇਆ ਕਿ ਉਹ ਜ਼ੁਲਮ ਹੋ ਰਿਹਾ। ਅਤੇ ਨਾ ਮੇਰੇ ਹਸਬੈਂਡ ਨੂੰ ਪਤਾ ਨਹੀਂ ਲੱਗਾ, ਜੇ ਪਤਾ ਲੱਗਦਾ ਤਾਂ ਖੈਰ ਨਹੀਂ ਸੀ ਨਾ ਕੁੱਟਣ ਵਾਲਿਆਂ ਦੀ, ਘਰ ਦੇ ਨੌਕਰ ਚਾਕਰ ਜਿਹੜੇ ਕੁੱਟ ਰਹੇ ਇਹਨੂੰ। ਉੱਥੇ ਮਨੀਮ ਖੜਾ ਹਵੇਲੀ ਦਾ, ਹੋਰ ਲੋਕ ਖੜੇ ਨੇ। ਉਹ ਦੌੜ ਕੇ ਆਈ ਅਤੇ ਉਹ ਕਹਿੰਦੀ ਆਪਣੇ ਜਿਹੜਾ ਉਹ ਹਸਬੈਂਡ ਹੈਗਾ ਉਹਦਾ, ਉਹਨੂੰ ਉਠਾਉਂਦੀ ਵੀ ਉੱਠਦਾ। ਉਹ ਕਹਿੰਦਾ ਕੀ ਹੋਇਆ? ਕਹਿੰਦੀ ਤੈਨੂੰ ਆਵਾਜ਼ਾਂ ਨਹੀਂ ਸੁਣਦੀਆਂ? ਕਹਿੰਦਾ ਸੁਣਦੀਆਂ। ਕਹਿੰਦੀ ਹੱਦ ਹੋ ਗਈ, ਗਰੀਬਾਂ 'ਤੇ ਜ਼ੁਲਮ ਹੋ ਰਿਹਾ ਥੱਲੇ।
जाके उन्होंने रोक। मैं तो क्या तेन पता नहीं लग रहा? वो कहता तू चुप करके सो जा, क्यों एवं सवेरे सवेरे अपना तो मेरा टाइम खराब कर रही है। वो कहती हद हो गई, किन्नी वेदना आ, किन्ना कुट पै रही। वो कहता गल ये है, ਜਿਹੜਾ ਅਸੀਂ शहर ਦੇ ਵਿੱਚ ਰਹਿ ਕੇ शहद खा रहे हैं ना, ਵੀ ਮੱਖੀਆਂ ਬਣਾਉਂਦੀਆਂ ਨੇ, ਤੇ ਜੇ शहद ਖਾਣਾ ਫਿਰ ਮੱਖੀਆਂ ਤੋਂ ਖਾਣਾ ਹੀ ਪਏਗਾ, ਤੇ ਮੱਖੀਆਂ ਆਰਾਮ ਨਾਲ ਨਹੀਂ ਦਿੰਦੀਆਂ ਸ਼ਾਇਦ, ਉਹਨਾਂ ਨੂੰ ਥੋੜਾ ਤੰਗ ਵੀ ਕਰਨਾ ਪੈਂਦਾ ਹੈਗਾ। ਮੇਨ ਉਹ ਜਸਟੀਫਾਈ ਕਰਦਾ ਕਿ ਕੀ ਹੋ ਗਿਆ, ਨਾ ਗਰੀਬਾਂ ਨੂੰ ਕੁੱਟ ਰਹੇ ਹਾਂ ਅਸੀਂ, ਇਹਨਾਂ ਤੋਂ ਅਸੀਂ ਸਮਾਨ ਖੋ ਰਹੇ ਹਾਂ, ਇਹਨਾਂ ਤੋਂ ਅਸੀਂ ਰੈਵਨਿਊ ਜਿਹੜਾ ਇਕੱਠਾ ਕਰ ਰਹੇ ਹਾਂ ਇਹਨਾਂ ਦੀ ਲੇਬਰ ਦੇ ਉੱਤੇ। ਇਹ ਉਹ ਸਾਰਾ ਫਿਊਡਲ ਸਿਸਟਮ ਆ ਜਿਹਦੇ ਵਿੱਚੋਂ सोसाइटी निकली। बाबा बंदा सिंह बहादुर ने एक वड्डा जिहड़ा हैगा दे अंदर डेंट पाया है, तब्दील कर दिता, जमीनां दी मलकीयत आम लोगों को दे दी। पर उसके बावजूद भी जिहड़ी स्टैबलिशमेंट सी खड़ी थोड़ा, उन्हें तो बड़ा जुल्म किया, मतलब उन्होंने टोटे टोटे किए, पर सब चीज़ां होईयां। करीबन कोई 70 साल तो लिटरली तौर पर साडे पुरखे जिहड़े ने 70-75 साल वो बालन की तरह हड्ड बले उन्होंने उस खिते। फिर जाके कोई तब्दीली आई तो महाराजा रणजीत सिंह आए, सिख रजीम जो पावर च है, उस तो बाद एकदम हालात बदले, लोगों को पता लगा प्रोसपैरिटी की होंगी है। दरबार साहब की इमारत तक के सोने के पत्तरे चढ़ गए, हालात ऐसे बने, आम जिंदगी खुशनुमा एहसासां नूं मानन लगे। पर उस समय दे विच कलोनीअल सिस्टम अपना जोर फड़ रहा सीगा। दुनिया की सब तो ताकतवर ते चलाक फोर्सिस ब्रिटिश, वो बिल्कुल पूरे साउथ एशिया को कंट्रोल करके पंजाब की दहलीज से खड़े से। इतनी फर्टाइल सोयल, इतने दरिया वगदे मिठे पानियां दे, किवें छड्डदे ने। फिर उन्होंने कुछ ना कुछ कर करा के तिकड़मबाजी की, जो भी किया, फिर वो पंजाब आ गए। हालांकि जिन्ना जुल्म उन्होंने पंजाब तो बाहर किया, वो इत्थे नहीं कर पाए। एक तो पहली गल ये सीगी कि जिहड़ा इत्थे इंफ्रास्ट्रक्चर सीगा वो उन्होंने जुल्म करने लई सपोर्ट नहीं सी करता, क्योंकि वड्डे लैवल ते ऑलरेडी प्रोसपैरिटी भी सीगी, होर बहुत सारियां चीज़ां सीगियां। दूसरा इत्थे इतना कुछ सीगा कि जिन्हों अजे वो पहले लैवल ते उन्होंने इस उतली मलाई खाण वास्ते उन्होंने काफ़ी टाइम चाहिए सीगा, उस तो बाद वो किते डूंगा जाते। तीसरी चीज़ ये बनी कि वो टाइम बड़ा थोड़ा मिले, 100 ईयर्स एक्चुअली ज़्यादा नहीं होंगे, 100 साल। खैर इस सारे के बावजूद भी उन्होंने जमीनों के मामले इकट्ठे किए, बहुत सारिया चीज़ां की। हालांकि सिख खास करके बड़ा प्रॉस्पर होया उस समय दे विच भी, सिखा कोल वड्डियां वड्डियां जमीनां, हवेलियां, मकान, सब चीज़ां रहीआं। पर एकदम फिर जदों सैकेंड वर्ल्ड वार खत्म हुई, अंग्रेज़ पावर शिफ्ट करदा, तो फिर पूरे का पूरा पंजाब अपसाइड डाउन हो जाता। उस तो बाद उस जी पावर ट्रांसफर तो बाद फिर पंजाब विच बस मुहिम ही रही, रोज़ एजिटेशनस हो रहे हैं, रोज़ पंजाबी सूबे वास्ते सब चीज़ां लई, ते नाल दी नाल जिहड़ियां पॉलिसी सीगियां वो बहुत ही आम लोगों को सपोर्ट करने वालियां नहीं सीगियां। 10-15 सालों गुरबत ने पैर पसारने शुरू किए, लोगों को तंगी तुरसी आई। जे ग्रीन रेवोल्यूशन भी आया तो वह करसानी नूं सपोर्ट करने वास्ते ना आया, बल्कि करजाई करने वास्ते आ गया। जिहड़ा मंडीकरण फोकल पॉइंट हुण जिन्होंने बिल्कुल बर्बाद करन लगे ने, थोड़ा बहुता रहा भी, तो इसकी भी ये करप्शन रहा, होर चीज़ां रही, मतलब एक तंगी दे जीवन विचों लोग लंघे। इस सारे दे विचों लंघण करके साडी जिहड़ी मानसिकता है, क्योंकि बंदा दो चीज़ां दे नाल ही अपनी आप नूं, अपनी सुरत नूं डिवेलप कर सकता है। नंबर 1 उसनूं एक्सपोजर मिले चंगेरी जीवन जाच का, तो वो आले दुआले होए। गुरु साहब ने जिहड़ा मनुख की तब्दीली लियांदी ना, इस एक्सपोजर नाल लियांदी। इसे करके 10 जिंदगियां लातियां पूरी, सिखाया, दस्या भी भाई एवें जीवन जियोगे तां जाके असल विच जीवन का रंग माण पाओगे। जिहड़े लोग एक्सपोज करो, मतलब असी शब्द पढ़ते हैं, भगत फरीद जी का बचन है, दिलों मोहब्बत जिन से सच्चे आ, जिन मन होर मुख होर से कांढे कच्चे आ। क्या कि अवरह को उपदेश ते मुख में पर ही रेत। किसी नूं कुछ कहा जा रहा होए, दस्या जा रहा होए, प्रैक्टिकल लाइफ च कुछ होर हो रहा होए, लोग मूँह दे बोल ना सुनते, वो तो प्रैक्टिकल जीवन देखते। जिहड़ा साडा पिछले कुछ समय का प्रचार प्रसार भी होया,
ਉਹ ਇੱਕ ਅਜੀਬ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਹੋਇਆ, ਜਿਹਦੇ 'ਚ ਕਹਿਣ ਨੂੰ ਕੁਝ ਹੈ, ਜੇ ਰਿਐਲਿਟੀ 'ਚ ਦੇਖਿਆ ਜਾਏ ਕੁਝ ਹੋਰ ਹੋ ਰਿਹਾ ਹੈ। ਇੱਕ ਵੈਸਟਰਨ ਲਬਰੇਜ਼, ਵੈਸਟਰਨ ਇੰਟਰਸਟ ਲਬਰੇਜ਼ ਜਿਹੜੀ ਅਪਰੋਚ ਆ, ਉਹਦੇ ਨਾਲ ਧਰਮ ਦੇ ਪ੍ਰਤੀ ਜਾਂ ਧਰਮ ਦੀ ਸੰਸਥਾ ਦੇ ਪ੍ਰਤੀ ਸਾਡੀ ਜਿਹੜੀ ਸਾਂਝ ਸੀ, ਐਸੋਸੀਏਸ਼ਨ ਸੀਗੀ, ਉਹ ਬਿਲਟ ਨਾ ਹੋ ਸਕੇ। ਇਸ ਰੂਪ ਕਰਕੇ ਬਹੁਤ ਸਾਰੀਆਂ ਖਾਮੀਆਂ ਕਮੀਆਂ ਸਾਡੇ ਜੀਵਨ ਦਾ ਪੱਕਾ ਆਧਾਰ ਬਣੀਆਂ ਪਈਆਂ ਨੇ। ਗੁਰੂ ਸਾਹਿਬ ਨੇ ਜੇ ਇਹ ਕਿਹਾ ਵੀ ਭਾਈ ਦੇਵੀ ਦੇਵਾ ਪੂਜੀਐ ਭਾਈ ਕਿਆ ਮੰਗੋ ਕਿਆ ਦੇ, ਪਾਹਨ ਨੀਰ ਪਖਾਲੀਆ ਜਲ ਮੈਂ ਬੂਢੇ ਕੇ, ਵੀ ਭਲੇ ਲੋਕੋ ਇਸ ਤਰ੍ਹਾਂ ਦੀ ਮਾਨਤਾ ਕਿਸੇ ਮਿਥਿਅਕ ਰੂਪ ਦੇ ਚ ਅੰਦਰ ਬਣਾਈਆਂ ਹੋਈਆਂ ਬਿਰਤੀਆਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਪੂਜੋਗੇ, ਆਰਾਧੋਗੇ, ਇਹ ਤਾਂ ਤੁਹਾਡੇ ਸਿੱਧੇ ਜੀਵਨ ਤੇ ਕੋਈ ਅਸਰ ਨਹੀਂ ਹੋ ਰਿਹਾ, ਕੀ ਫਾਇਦਾ ਉਹਦਾ। ਜਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਏਕਾ ਮਾਈ ਜੁਗਤ ਵੀ ਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹ ਵੇਖਿਆ ਉਹ ਨਦਰ ਨਾ ਆਵੇ ਬਹੁਤਾ ਇਹ ਵਿਡਾਨ। ਵੇਖੋ ਤੇ ਸਹੀ ਕਲਪਨਾ ਦੇ ਪੱਧਰ ਤੇ ਕੀ ਕੁਛ ਕਰ ਲਿਆ ਬੰਦੇ ਨੇ। ਅੱਜ ਵੀ ਤੁਸੀਂ ਦੇਖੋਗੇ ਇਹੋ ਜਿਹੇ ਚਲੀਹੇ ਕੱਟਣ ਵਾਲੇ ਲੋਕ, ਚਾਲਸੇ ਪੜਨ ਵਾਲੇ ਲੋਕ, ਇਹ ਸਭ ਤੁਹਾਨੂੰ ਆਲੇ ਦੁਆਲੇ ਮਿਲ ਜਾਏਗਾ ਸਾਰਾ ਦਾ ਸਾਰਾ ਜਮਾਵੜਾ। ਆ ਹੁਣ ਵਬਾ ਆਈ, ਇਸ ਵਬਾ ਦੇ ਉੱਤੇ ਲੋਕਾਂ ਨੇ ਬੜਿਆਂ ਨੇ ਇਹੋ ਜਿਹੇ ਤੰਜ ਵੀ ਕੱਸੇ ਵੀ ਭਾਈ ਉਹ ਲੋਕ ਕਿੱਧਰ ਗਏ ਜਿਹੜੇ ਤਵੀਤ ਕਰਦੇ, ਧਾਗੇ ਕਰਦੇ, ਫੂਕਾਂ ਮਾਰ ਕੇ ਲੋਕਾਂ ਨੂੰ ਠੀਕ ਕਰਦੇ, ਸਭ ਚੀਜ਼ਾਂ। ਤੇ ਭਾਈ ਹੁਣ ਆਓ ਨਾ, ਹੁਣ ਆਓ ਮੈਦਾਨ 'ਚ, ਹੁਣ ਪਤਾ ਲੱਗੇ ਵੀ ਇਸ ਰੂਪ ਦੇ ਵਿੱਚ ਆ। ਫਿਰ ਪਤਾ ਲੱਗਾ ਕਿ ਐਕਚੁਅਲ ਲੈਵਲ ਤੇ ਜਿਹੜਾ ਇਹਦਾ ਅਸਲ ਟ੍ਰੀਟਮੈਂਟ ਆ, ਜੇ ਇਹਨਾਂ ਵਾਇਰਸ ਨੂੰ ਕੋਈ ਸਮਝੇਗਾ ਨਹੀਂ, ਉਹਦੇ ਬਾਬਤ ਅੰਡਰਸਟੈਂਡਿੰਗ ਨਹੀਂ ਹੋਏਗੀ, ਜਿਨ੍ਹਾਂ ਲੋਕਾਂ ਦਾ ਹਿਕਮਤ ਦਾ ਕੰਮ ਆ। ਪੁਰਾਣੇ ਸਮੇਂ ਇਹ ਹੁੰਦਾ ਸੀਗਾ, ਅੱਜ ਕੱਲ੍ਹ ਐਲੋਪੈਥੀ ਦੇ ਵਿੱਚ ਜਾਂ ਸਾਇੰਟੀਫਿਕ ਸਟੱਡੀਜ਼ ਦੇ ਚੀਜ਼ਾਂ ਆ ਗਈਆਂ, ਉਹਦੇ ਜ਼ਰੀਏ ਹੀ ਇਹਦਾ ਟ੍ਰੀਟਮੈਂਟ ਹੋਏਗਾ। ਜਿਹਨੂੰ ਇਹ ਨਹੀਂ ਪਤਾ ਕਿ ਸਾਡੇ ਗਲੇ ਤੇ ਨੱਕ ਦੇ ਅੰਦਰ ਦਾ ਕੀ ਸਿਸਟਮ ਹੈ, ਕਿੱਥੇ ਕੰਮ ਹੋ ਰਿਹਾ, ਕੀ ਚੀਜ਼ਾਂ ਨੇ ਉਸ ਰੂਪ ਦੇ ਵਿੱਚ, ਉਹ ਕਿੱਥੋਂ ਅੰਡਰਸਟੈਂਡਿੰਗ ਲੈ ਕੇ ਆਏਗਾ। ਕਿਸੇ ਸੁਪਰਸਟੀਸ਼ੀਅਸ ਬਲੀਵ ਦੇ ਨਾਲ ਤੇ ਚੀਜ਼ਾਂ ਨਹੀਂ ਨਾ ਬਦਲਣਗੀਆਂ। ਗੁਰੂ ਮਹਾਰਾਜ ਨੇ ਉਸ ਵਕਤ ਵੀ ਲੋਕਾਂ ਦੀ ਜ਼ਹਿਨੀਅਤ ਨੂੰ ਉਜਾਗਰ ਕੀਤਾ, ਦੱਸਿਆ ਬਿਮਾਰੀਆਂ ਕਿਸੇ ਕੁਦਰਤੀ ਰੀਜ਼ਨ ਦੇ ਵਿੱਚੋਂ ਤੇ ਇਹਨਾਂ ਚੀਜ਼ਾਂ 'ਚੋਂ ਪੈਦਾ ਹੁੰਦੀਆਂ, ਉਹਦੇ ਕਾਰਨ ਲੱਭੇ ਜਾਣ, ਉਹਨਾਂ ਕਾਰਨ ਦੇ ਉੱਤੇ ਦਵਾ ਦਾਰੂ ਸਭ ਚੀਜ਼ਾਂ ਲਿਆਂਦੀਆਂ ਜਾਣ, ਠੀਕ ਵੀ ਹੋ ਸਕਦਾ ਬੰਦਾ। ਬਾਕੀ ਕਿਹਾ ਜਾਏ ਕਿ ਕੋਈ ਕਰਸ ਆ ਜਾਂ ਕੋਈ ਇਸ ਕਿਸਮ ਦੀ ਬਲਿਸ ਆ ਜਾਏਗੀ, ਕੋਈ ਵਰ ਸਰਾਫ ਆ ਜਾਏਗਾ, ਬਾਬਾ ਜੀ ਕਹਿੰਦੇ ਇਹਨਾਂ ਚੀਜ਼ਾਂ 'ਚੋਂ ਬਾਹਰ ਆ ਜਾਓ। ਬੰਦੇ ਨੂੰ ਜੀਵਨ ਇੱਕ ਸੋਲਿਡ ਟਰੈਕ ਦੇ ਉੱਤੇ, ਜਿਹਨੂੰ ਮੈਂ ਕਿਹਾ ਕਿ ਕਾਮਨ ਸੈਂਸ ਦੇ ਉੱਤੇ ਜੀਣਾ ਚਾਹੀਦਾ ਹੈਗਾ। ਗੁਰੂ ਅਰਜਨ ਪਾਤਸ਼ਾਹ ਜਦੋਂ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਬਿਮਾਰ ਹੁੰਦੇ ਚਿਕਨ ਪੌਕਸ ਦੇ ਕਰਕੇ, ਲੋਕਾਂ ਨੇ ਸਲਾਹ ਕੀਤੀ, ਐਡਵਾਈਜ਼ ਕੀਤੀਆਂ, ਬਾਬਾ ਜੀ ਮਿੱਟੀ ਕੱਢ ਲਿਆਈਏ, ਆਹ ਕਰ ਦਈਏ, ਮਿੱਟੀ ਦਾ ਲੇਪ ਕਰ ਦੀ। ਬਾਬਾ ਜੀ ਕਹਿੰਦੇ ਕੁਛ ਨਹੀਂ, ਹਾਂ ਦਵਾ ਦਾਰੂ ਵੈਦ ਹਕੀਮ ਜਿਹੜੇ ਕਰਨਗੇ ਕਰਨਗੇ, ਬਾਕੀ ਕਰਤਾਰ ਜੋ ਕਰੇਗਾ। ਜੇ ਉਹਦੀ ਰਜ਼ਾ ਵਿੱਚ ਰਵਾਂਗੇ। ਤੇ ਇਹ ਚੀਜ਼ ਚੇਤੇ ਰੱਖਿਆ ਜੇ, ਬੰਦਾ ਬਿਮਾਰੀ ਨਾਲ ਨਹੀਂ ਮਰਦਾ, ਬੰਦਾ ਜਦੋਂ ਹੌਸਲਾ ਹਾਰਦਾ ਹੈ ਉਦੋਂ ਮਰਦਾ। ਇਹ ਹਮੇਸ਼ਾ ਚੇਤੇ ਰੱਖਣ ਵਾਲੀ ਗੱਲ ਹੈ। ਮਦਰ ਨੇਚਰ ਨੇ ਜਿਹੜਾ ਸਾਡਾ ਸਿਸਟਮ ਬਣਾਇਆ ਆ, ਇਹਦੇ 'ਚ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਹੀਲ ਕਰਨ ਦੀ ਬੜੀ ਐਬਿਲਿਟੀ ਹੈ। ਜਿੰਨੀਆਂ ਵੀ ਦਵਾਈਆਂ ਨੇ ਉਹ ਥੋੜ੍ਹਾ ਬਹੁਤਾ ਸਪੋਰਟ ਤੇ ਕਰ ਸਕਦੀਆਂ ਨੇ, ਪਰ ਅਲਟੀਮੇਟ ਜਿਹੜੀ ਹੀਲਿੰਗ ਆ, ਜਿਹੜੀ ਕਿਉਰਿੰਗ ਆ, ਉਹ ਇਹਦੇ ਵਿੱਚੋਂ ਹੀ ਆਉਂਦੀ ਹੈ, ਇਹਦੇ ਅੰਦਰੋਂ ਹੀ ਆਉਂਦੀ ਹੈ। ਜੇ ਇਹਦੇ 'ਚ ਐਬਿਲਿਟੀ ਨਾ ਹੋਏ ਆਪਣੇ ਆਪ ਨੂੰ ਹੀਲ ਕਰਨ ਦੀ, ਕਿਉਰ ਕਰਨ ਦੀ, ਬਾਹਰੋਂ ਇਕੱਲੀ ਮੈਡੀਸਿਨ, ਬਾਹਰ ਦਾ ਕੈਮੀਕਲ ਕੁਛ ਨਹੀਂ ਕਰ ਸਕਦਾ ਇਹਦੇ ਵਾਸਤੇ। ਇਸ ਸਾਰੇ ਅਹਿਸਾਸ ਨੂੰ ਜਦੋਂ ਦੇਖੀਏ ਤਾਂ ਇੱਕ ਰੰਗ ਹੋਰ ਲੈ ਲੈਣਾ, ਖਾਸ ਕਰਕੇ ਜਦੋਂ ਬੱਚੇ ਬਿਮਾਰ ਹੋ ਜਾਣ ਉਸ ਰੂਪ ਦੇ ਅੰਦਰ। ਦੇਖੋ ਮੈਂਟਲ ਹੈਲਥ ਦੀ ਗੱਲ ਕਰਦਾ ਹੁਣ ਮੈਂ, ਇਹ ਸ਼ਬਦ ਸਾਡੇ ਸਾਹਮਣੇ ਹੈ, ਉਥਾਨਕਾ ਤੁਹਾਡੇ ਸਾਹਮਣੇ ਇਜ਼ਹਾਰ ਚ ਲੈ ਆਉਂਦੀ। ਇਹ ਬਾਤ ਅੱਜ ਦੀ ਮੈਂਟਲ ਹੈਲਥ 'ਚ ਕੀਤੀ ਜਾਂਦੀ ਹੈ ਕਿ ਬੱਚਿਆਂ ਦਾ ਥੋੜ੍ਹਾ ਬਹੁਤਾ ਬਿਮਾਰ ਸ਼ੁਮਾਰ ਹੋਣਾ ਬੜਾ ਜ਼ਰੂਰੀ ਹੈ ਤੇ ਹੋਣਾ ਚਾਹੀਦਾ, ਨਾਲ ਨਾਲ ਹੁੰਦੇ ਰਹਿਣਾ ਚਾਹੀਦਾ। ਉਹਦੇ ਨਾਲ ਬੱਚਿਆਂ ਨੂੰ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ, ਜਿਹੜੀ ਸਫਰਿੰਗ ਹੁੰਦੀ ਹੈ, ਉਹਦੇ ਨਾਲ ਕੋਪ ਕਰਨ ਦੀ, ਉਹਨੂੰ ਡੀਲ ਕਰਨ ਦੀ ਜਾਚ ਆ ਜਾਂਦੀ ਉਹਨਾਂ ਨੂੰ। ਜੇ ਤੁਸੀਂ ਇਹ ਨਹੀਂ ਹੋਣ ਦੇਵੋਗੇ ਉਹਨਾਂ ਨੂੰ ਉਸ ਰੂਪ ਦੇ ਵਿੱਚ, ਜਦੋਂ ਕਿਤੇ ਇੱਕ ਵਾਰ ਵੱਡੇ ਲੈਵਲ ਤੇ ਹੋਇਆ ਫਿਰ ਉਹ ਕੋਪ ਨਹੀਂ ਕਰ ਸਕਣਗੇ ਉਹਦੇ ਨਾਲ। ਇਸ ਕਰਕੇ ਇਹ ਜ਼ਰੂਰੀ ਵੀ ਹੈ। ਫਿਰ ਇਹਦੇ ਨਾਲ ਨਾਲ ਸਾਡਾ ਵੀ ਟੈਸਟ ਹੁੰਦਾ, ਜਿੱਥੇ ਬੱਚਾ ਥੋੜਾ ਸਿੱਕ ਬਿਮਾਰ ਹੋਏ, ਮਾਪੇ ਪਹਿਲਾਂ ਹੌਸਲਾ ਹਾਰ ਜਾਣ, ਬੱਚੇ ਦਾ ਕੀ ਹਾਲਤ ਹੋਏਗਾ। ਬੱਚੇ ਨੂੰ ਉਦੋਂ ਤੁਸੀਂ ਜਿਹੜਾ ਹੈਗਾ ਉਸ ਨੂੰ ਹੌਸਲਾ ਦੇਣਾ ਹੁੰਦਾ, ਉਹਨੂੰ ਝੋਲੀ 'ਚ ਲੈਣਾ ਹੁੰਦਾ, ਉਹਨੂੰ ਦੱਸਣਾ ਹੁੰਦਾ, ਉਹਨੂੰ ਫਿਰ ਉਹੋ ਜਿਹੀਆਂ ਕਹਾਣੀਆਂ, ਗੱਲਾਂ ਬਾਤਾਂ, ਜਿਹਨੂੰ ਅਸੀਂ ਮੋਟੀਵੇਸ਼ਨਲ ਸਪੀਚਜ਼ ਜਾਂ ਮੋਟੀਵੇਸ਼ਨਲ ਥਿੰਗਸ ਕਹਿੰਦੇ ਹੈਗੇ ਆ, ਉਹ ਕਰਨੀਆਂ।
ਆ ਸਾਰਾ ਸ਼ਬਦ ਇੱਥੇ ਹੈ। ਬਾਬਾ ਜੀ ਇਹ ਬਿਆਨ ਕਰਦੇ, ਜੇ ਬੰਦੇ ਦੀ ਸੁਰਤ ਨੇ ਇਹ ਪਕੜ ਲਿਆ ਜੀਵਨ ਕਰਤਾਰ ਦਾ ਦਿੱਤਾ ਆ, ਤੇ ਜੇ ਉਹਨੇ ਦਿੱਤਾ ਉਹਦਾ ਕੋਈ ਵੱਡਾ ਕਾਰਨ ਆ, ਤੇ ਜੇ ਉਸ ਕਾਰਨ ਕਰਕੇ ਜੀਵਨ ਨਹੀਂ ਰਹਿਣਾ ਤੇ ਤਾਂ ਵੀ ਠੀਕ ਹੈ। ਜੇ ਰਹਿਣਾ ਤੇ ਰੱਖਣਾ ਉਸ ਕਰਤਾਰ ਨੇ, ਫਿਰ ਮੈਨੂੰ ਜੋ ਮੇਰੇ ਜਿਹੜੀ ਵਿਵੇਕ ਕਹਿੰਦਾ, ਮੇਰਾ ਪਰਿਵਾਰ ਕਹਿੰਦਾ, ਆਲੇ ਦੁਆਲੇ ਦੇ ਸਿਆਣੇ ਹਕੀਮ ਵੈਦ ਕਹਿੰਦੇ, ਆਪਾਂ ਉਹ ਕਰਾਂਗੇ। ਬਾਕੀ ਜੋ ਕਰਤਾਰ ਨੂੰ ਭਾਵੇ। ਐਗਜ਼ੈਕਟਲੀ ਸ਼ਬਦ ਇਹ ਹੈ, ਮਹਾਰਾਜ ਤੇ ਬਿਆਨ ਕਰਦੇ, ਕਾਰਜ ਸਤਿਗੁਰ ਆਪ ਸਵਾਰਿਆ। ਇਹ ਕਾਰਜ ਕਿਸੇ ਹੋਰ ਨੇ ਨਾ ਸਵਾਰਿਆ। ਜਦੋਂ ਉਸ ਚਿਕਨ ਪੌਕਸ ਤੋਂ ਉਸ ਤੋਂ ਬਾਹਰ ਆਏ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ, ਤੇ ਗੁਰੂ ਅਰਜਨ ਸਾਹਿਬ ਨੇ ਸ਼ਬਦ ਉਚਰਿਤ ਕੀਤਾ, ਕਿਆ ਇਹ ਕਾਰਜ ਸਵਾਰਿਆ, ਤੇ ਕਾਰਜ ਵਾਕਿਆ 'ਚ ਹੀ ਸਵਰਿਆ। ਜੇ ਇਹ ਚੀਜ਼ ਨਾ ਹੁੰਦੀ ਪਰਿਵਾਰ ਦੇ ਵਿੱਚ, ਤੇ ਕਿਸੇ ਨੂੰ ਕਹਿਣਾ ਦੱਸਣਾ, ਮੈਂ ਪਹਿਲਾਂ ਕਿਹਾ ਐਕਸਪੋਜ਼ਰ ਦੇਣਾ, ਉਹ ਕਿੰਨਾ ਔਖਾ ਹੋਣਾ ਸੀਗਾ। ਅੱਜ ਜਿਵੇਂ ਸਮਾਜਾਂ ਦੇ ਵਿੱਚ ਅਸੀਂ ਦੇਖਦੇ ਹਾਂ, ਧਰਮ, ਇਸ ਨੂੰ ਲੋਕ ਕਈ ਵਾਰੀ ਇਹ ਵੀ ਕਹਿੰਦੇ ਨੇ ਕਿ ਇਹ ਫਲਸਫੇ ਦੀ ਜਸਟ ਇੱਕ ਤੂੜੀ ਉਡਾਈ ਜਾਂਦੀ ਹੈ ਬਸ ਇਸ ਰੂਪ ਦੇ ਵਿੱਚ। ਹਾਂ ਭਾਈ, ਬਿਲਕੁਲ ਠੀਕ ਹੈ। ਇਹ ਉਹਦਾ ਕਾਰਨ ਇਹ ਹੈ, ਜਿਨ੍ਹਾਂ ਸਮਾਜਾਂ ਦੀ ਜਿਹੜੀ ਇਨੀਸ਼ੀਅਲ ਨੀਡ ਆ, ਜੇ ਉਹਨੂੰ ਐਡਰੈਸ ਨਹੀਂ ਕੀਤਾ ਜਾਏਗਾ, ਜਿਹੜੀ ਯਕਦਮ ਲੋੜ ਆ, ਯਕਦਮ ਲੋੜ ਹੈ ਪ੍ਰਸ਼ਾਦਾ, ਤੁਸੀਂ ਉਸ ਨੂੰ ਗਾਣੇ ਸੁਣਾਓ, ਤੁਸੀਂ ਉਸ ਨੂੰ ਭਜਨ ਸੁਣਾਓ, ਤੁਸੀਂ ਉਸ ਨੂੰ ਧਾਰਮਿਕ ਉਪਦੇਸ਼ ਦਿਓ, ਕਿਸੇ ਕੰਮ ਦਾ ਨਹੀਂ। ਪਰ ਇਹ ਵੀ ਸੱਚਾਈ ਹੈ, ਹਰ ਲੈਵਲ ਤੇ ਜਿਹੜੀ ਸਾਡੀ ਇੱਕਦਮ ਇਨੀਸ਼ੀਅਲ ਨੀਡ ਹੁੰਦੀ ਹੈ, ਇੱਕਦਮ ਜਿਹੜੀ ਜ਼ਰੂਰਤ ਹੁੰਦੀ ਹੈ, ਇਕੱਲੀ ਉਹਨੂੰ ਐਡਰੈਸ ਨਾ ਕੀਤਾ ਜਾਏ, ਲੌਂਗ ਰਨ ਵਿੱਚ ਵੀ ਦੇਖਿਆ ਜਾਏ। ਆਪ ਦੇਖੋਗੇ ਜਿਹੜੀ ਵਰਲਡ ਪਾਵਰਟੀ ਹੈ, ਉਸ ਨੂੰ ਇੱਕਦਮ ਐਡਰੈਸ ਕਰਨ ਵਾਸਤੇ ਫੂਡ ਬੈਂਕ ਖੋਲ ਦਿਓ, ਹੋਰ ਚੀਜ਼ਾਂ ਕਰ ਦਿਓ, ਸਭ ਕੁਝ ਇਹ ਤੇ ਠੀਕ ਹੈ। ਪਰ ਜੇ ਇੰਨਾ ਹੀ ਕਰੋਗੇ, ਉਹ ਬਿਮਾਰੀ ਨਹੀਂ ਜਾਏਗੀ, ਉਹ ਬਿਮਾਰੀ ਹੋਰ ਫੈਲੇਗੀ। ਇਹਦਾ ਲੌਂਗ ਰਨ ਦੇ ਵਿੱਚ ਜਿਹੜਾ ਟ੍ਰੀਟਮੈਂਟ ਆ, ਉਹਦੇ ਬਾਬਤ ਜਿਹੜਾ ਹੈ, ਤੁਸੀਂ ਉਹਦੇ ਤੇ ਕੋਈ ਸਟ੍ਰੈਟਜੀ ਬਣਾਓ, ਉਹਦੇ ਤੇ ਕੋਈ ਅਪਰੋਚ ਅਡਾਪਟ ਕਰੋ। ਇਨ ਬਿਨ ਐਨਵਾਇਰਨਮੈਂਟ ਬਾਰੇ ਲੈ ਲਈਏ, ਗਲਾਸਗੋ ਦੇ ਅੰਦਰ ਸਭ ਚੱਲ ਰਿਹਾ ਹੈਗਾ, 1.5 ਡਿਗਰੀ ਤੋਂ ਥੱਲੇ ਰੋਕਣਾ ਆ, ਸਭ ਚੀਜ਼ਾਂ ਹੋ ਰਹੀਆਂ ਨੇ, ਪਰ ਕਹਿੰਦੇ ਉਹ ਕੰਕਰੀਟ ਪਲਾਨ ਮੈਪ ਉਹ ਕਿੱਥੇ ਹੈ ਭਈ? ਉਹ ਤੇ ਹੈ ਜੇ ਲੌਂਗ ਰਨ ਦੇ ਵਿੱਚ ਦੇਖਿਆ ਜਾਏਗਾ, ਤੇ ਜਿੱਥੇ ਜਿਹੜੀ ਇਹਦੇ 'ਚ ਵੀ ਚੀਜ਼ ਦੇਖਣ ਵਾਲੀ ਹੈ, ਆਹ ਇਮਾਰਤ ਬਣੀ ਹੈ ਨਾ, ਇਸ ਇਮਾਰਤ ਦੀਆਂ ਬਾਹਰ ਲੱਗੀਆਂ ਹੋਈਆਂ ਜਿਹੜੀਆਂ ਡੈਕੋਰੇਟਿਵ ਕਿਸਮ ਦੀਆਂ ਚੀਜ਼ਾਂ ਨੇ, ਸਾਰੀਆਂ ਦਿਸ ਰਹੀਆਂ ਨੇ, ਇੰਟਰਨਲ ਵੀ ਤੇ ਐਕਸਟਰਨਲ ਵੀ। ਜਿਹੜੀ ਚੀਜ਼ ਨਹੀਂ ਦਿਸ ਰਹੀ, ਉਹਨੇ ਦੀਆਂ ਨੀਆਂ। ਜਦੋਂ ਇਮਾਰਤ ਬਣਨੀ ਸ਼ੁਰੂ ਹੋਈ, ਉਦੋਂ ਨੀਆਂ ਤੋਂ ਬਣੀ। ਇਹ ਸਾਰੀ ਐਕਸਟਰਨਲ ਤੇ ਇੰਟਰਨਲ ਜਿਹੜੀਆਂ ਡੈਕੋਰੇਟਿਵ ਚੀਜ਼ਾਂ ਨੇ, ਇਹਨਾਂ ਤੋਂ ਨਾ ਬਣੀ। ਜੇ ਸਮਾਜ ਦੇ ਵਿੱਚ ਦੇਖਿਆ ਜਾਏ, ਖਾਸ ਕਰਕੇ ਜਿਹੜੀ ਲੀਡਰਸ਼ਿਪ ਆ, ਉਹ ਇਹੀ ਸੋਚੇ ਕਿ ਸਾਡਾ ਨਾਮ ਵਧਣਾ ਚਾਹੀਦਾ ਹੈ, ਸਾਰਿਆਂ ਨੂੰ ਪਤਾ ਲੱਗੇ ਮੈਂ ਕੀਤਾ ਆ। ਭਾਈ ਗੱਲ ਇਹ ਹੈ, ਬਾਹਰ ਦੀਆਂ ਦੀਵਾਰਾਂ, ਬਾਹਰ ਦੀਆਂ ਜਿਹੜੀਆਂ ਕੰਧਾਂ ਦੀਆਂ ਇੱਟਾਂ ਨੇ, ਚੁਬਾਰੇ ਦੀਆਂ ਇੱਟਾਂ ਨੇ, ਉਹ ਤਾਂ ਸਾਰੇ ਲੱਗਣਾ ਚਾਹੁੰਦੇ, ਤੇ ਗੱਲ ਨੀਆਂ 'ਚ ਕੌਣ ਲੱਗੇਗਾ? ਜਿੱਥੇ ਨੀਆਂ 'ਚ ਨਹੀਂ ਲੱਗੋਗੇ, ਉੱਥੇ ਕੁਝ ਨਹੀਂ ਉਸਰੇਗਾ। ਗੁਰੂ ਸਾਹਿਬ ਨੇ ਨੀਆਂ ਦੇ 'ਚ ਆਪ ਤੇ ਆਪਣੇ ਪਰਿਵਾਰ ਲਾਏ। ਇਹ ਲੀਡਰਸ਼ਿਪ ਹੈ। ਲੀਡਰਸ਼ਿਪ ਰੋਲ ਇਹ ਐਡਾ ਸੌਖਾ ਕੰਮ ਨਹੀਂ ਹੈਗਾ। ਬੰਦਾ ਕਹਿ ਦਿੰਦਾ ਕਿ ਲੀਡਰਸ਼ਿਪ ਇਹ ਹੈ, ਇੱਥੋਂ ਪਤਾ ਲੱਗਦਾ ਕਿ ਅਸਲ ਦੇ ਵਿੱਚ ਅਗਵਾਈ ਕਰਨੀ ਕੀ ਹੁੰਦੀ ਹੈ, ਆਗੂ ਬਣਨਾ ਕੀ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜਦੋਂ ਇਹ ਸਾਰੇ ਚੋਂ ਲੰਘਦੇ, ਗੁਰੂ ਅਰਜਨ ਸਾਹਿਬ ਕਹਿੰਦੇ ਕਰਤਾਰ ਨੇ ਮੌਕਾ ਦਿੱਤਾ ਸਾਨੂੰ, ਇਹ ਸਤਿਗੁਰੂ ਦਾ ਅਸਲ ਨਵਾਜ਼ਿਸ਼ ਆ, ਅਸੀਂ ਸਤਿਗੁਰੂ ਦੇ ਰਾਹ ਦੇ ਰਾਗੀਨ ਅਸੀਂ ਵਿਖਾਈਏ ਸਮਾਜ ਨੂੰ। ਬਚਨ ਆਇਆ, ਕਾਰਜ ਸਤਿਗੁਰ ਆਪ ਸਵਾਰਿਆ, ਵੱਡੀ ਆਰਜਾ ਹਰਗੋਬਿੰਦ ਕੀ, ਸੂਖ ਮੰਗਲ ਕਲਿਆਣ ਵਿਚਾਰਿਆ। ਗੁਰੂ ਹਰਗੋਬਿੰਦ ਭਾਵ ਸਾਹਿਬਜ਼ਾਦਾ ਹਰਗੋਬਿੰਦ ਜੀ ਦੀ ਆਰਜਾ ਵਧੀ, ਤੇ ਜਿਹੜਾ ਸੂਖ ਮੰਗਲ ਕਲਿਆਣ ਵਿਚਾਰਿਆ, ਇਸ ਸਾਰੇ ਦੇ ਵਿੱਚੋਂ ਜਗਤ ਕਲਿਆਣ ਹਿਤ ਸਾਨੂੰ ਵਿਚਾਰ ਕਰਨ ਦਾ ਮੌਕਾ ਬਣਿਆ। ਇਸ ਤਰ੍ਹਾਂ ਜਾਣੋ ਇਸ ਨੂੰ, ਕਿਉਂਕਿ ਜੇ ਮੌਕਾ ਨਾ ਬਣਦਾ, ਜੇ ਸਮਾਂ ਨਾ ਬਣਦਾ, ਜੇ ਟਾਈਮ ਨਾ ਬਣਦਾ, ਤਾਂ ਅਸੀਂ ਸ਼ਾਇਦ ਇਸ ਚੀਜ਼ ਨੂੰ ਇਸ ਤਰੀਕੇ ਨਾਲ ਡੈਮੋਸਟ੍ਰੇਸ਼ਨ ਵਿੱਚ ਨਾ ਲਿਆ ਸਕਦੇ। ਇਹ ਰਹਾ ਉਹਦਾ ਪਤਾ ਆ। ਸ਼ੁਰੂਆਤੀ ਬੰਦ ਹੈ ਦਾ, ਸਗਲ ਆਨੰਦ ਕੀਆ ਪਰਮੇਸ਼ਰ, ਆਪਣਾ ਬਿਰਧ ਸੰਹਾਰਿਆ। ਆਪਣਾ ਬਿਰਧ ਸੰਹਾਰਿਆ, ਬਿਰਧ ਕਹਿੰਦੇ ਸੁਭਾਅ ਨੂੰ। ਰੱਬ ਜੀ ਦਾ ਬਿਰਧ ਕੀ ਹੈ? ਜਿਵੇਂ ਅਸੀਂ ਬੀਤੇ ਸ਼ਬਦ ਸ਼ਾਇਦ ਵਿਚਾਰਿਆ, ਮੈਨੂੰ ਅਹਿਸਾਸ ਨਹੀਂ ਆ ਰਿਹਾ, ਹਰ ਜੀਓ ਨਿਮਾਣਿਆ ਤੂੰ ਮਾਣ ਚੀਜ਼ਿਆਂ ਚੀਜ਼ ਕਰੈ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਉਹਦੇ 'ਚ ਕਿਹਾ, ਜੈਸਾ ਬਾਲਕ ਭਾਏ ਸੁਪਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬਹੁਰ ਪਿਤਾ ਗਲ ਲਾਵੈ। ਭਾਵ ਜੈਸਾ ਬਾਲਕ ਭਾਏ ਸੁਪਾਈ, ਬਾਲਕ ਦਾ ਸੁਭਾਅ ਆ, ਗਲਤੀਆਂ ਕਰੇਗਾ। ਅਸੀਂ ਮਨੁੱਖ ਹਾਂ,
ਇਹਨੂੰ ਕਿਹਾ ਮਾਟੀ ਕਾ ਕਿਆ ਧੁੱਪ ਹੈ ਸੁਆਮੀ ਮਾਨਸ ਕੀ ਗਤ ਇਹੀ। ਮਨੁੱਖ ਦੀ ਗਤ ਇਹੀ ਹੈ। ਮਨੁੱਖ ਅੱਜ ਇੱਕ ਚੰਗਾ ਕੰਮ ਕਰੇ, ਕੱਲ ਨੂੰ ਫਿਰ ਗਲਤ ਕਰ ਲੇ, ਪਰਸੋਂ ਹੋ ਸਕਦਾ ਆਪਣੀ ਗਲਤੀ ਨੂੰ ਫਿਰ ਰਿਅਲਾਈਜ਼ ਕਰ ਲੇ। ਪਰ ਜੋ ਬਣਾਉਣ ਵਾਲਾ ਸਿਰਜਣਹਾਰ ਆ, ਉਹਦਾ ਬਿਰਧ ਮੁਆਫ ਕਰਨ ਵਾਲਾ ਆ। ਇਸੇ ਕਰਕੇ ਜਿਵੇਂ ਅਸੀਂ ਜਦੋਂ ਆ ਸਭ ਕੁਝ ਚੱਲਿਆ ਕੋਵਿਡ ਦਾ ਸਮਾਂ, ਤੇ ਅਸੀਂ ਅਕਸਰ ਸ਼ਬਦ ਪੜ੍ਹੇ ਵੀ ਰਾਖ ਲਿਓ ਹਮ ਤੇ ਬਿਗੜੀ, ਵੀ ਮਾਲਕਾ ਵਿਗੜੀ ਤੇਰੇ ਵੱਲੋਂ ਤੇ ਹੈ ਨਹੀਂ, ਵਿਗੜੀ ਤੇ ਸਾਡੇ ਵੱਲੋਂ ਹੈ। ਅਸੀਂ ਭੁੱਲ ਹੀ ਗਏ ਸੀਗੇ। ਇਹ ਇੱਕ ਸ਼ੌਕ ਵੀ ਹੈ। ਅੱਜ ਐਵਰੇਜ ਏਜ 80 ਤੋਂ ਉੱਤੇ ਚਲੀ ਗਈ। ਬੰਦੇ ਨੂੰ ਲੱਗਾ ਕੋਈ ਗੱਲ ਹੀ ਕੁਛ ਨਹੀਂ, ਆਪਾਂ ਕਿੱਥੇ ਜਾਣਾ, ਇੱਥੇ ਹੀ ਆ। ਚਲੋ 80 ਨਹੀਂ ਤੇ 70 ਦਹਾਕੇ ਤੇ ਭੋਗਾਂਗੇ ਨਾ। ਜੇ ਪਿੱਛੇ ਤੁਸੀਂ 70-80 ਸਾਲ ਪਿੱਛੇ ਚਲੇ ਜਾਓ, ਜਦੋਂ ਸਪੈਨਿਸ਼ ਫਲੂ ਦੀ ਗੱਲ ਕੀਤੀ ਜਾਂਦੀ ਹੈ, ਪਲੇਗ ਦੀ ਗੱਲ ਕੀਤੀ ਜਾਂਦੀ ਹੈ, ਈਵਨ ਇੰਡੀਆ ਦੇ ਵਿੱਚ ਰੀਸੈਂਟਲੀ 20-25 ਸਾਲ ਪਹਿਲਾਂ ਪਲੇਗ ਦੇ 2 ਵੱਡੇ ਐਪੀਸੋਡ ਹੋਏ ਸੀਗੇ। ਸੋ ਜੇ ਇਸ ਤਰ੍ਹਾਂ ਦੇਖਿਆ ਜਾਏ ਤੇ ਐਵਰੇਜ ਲਾਈਫ ਲੈਸ ਦੈਨ 24 ਜਾਂ 25 ਈਅਰ ਸੀਗੀ। ਮਤਲਬ ਜ਼ਿੰਦਗੀ ਦਾ ਸਪੈਨ ਹੀ ਇੰਨਾ ਕੀ ਸਾਰੇ ਦਾ ਸਾਰਾ। ਸੋ ਇਹ ਜਿਹੜਾ ਰੂਪ ਆ ਬੰਦੇ ਨੂੰ ਅਹਿਸਾਸ ਕਰਾਉਣ ਵਾਸਤੇ, ਬੰਦੇ ਕਿਸ ਦੁਨੀਆ 'ਚ ਜੀ ਰਿਹਾ ਤੂੰ। ਮਤਲਬ ਅੱਜ ਦੇ ਹਾਲਾਤਾਂ 'ਚ ਅਸੀਂ ਦੇਖਾਂਗੇ ਜਿਹੋ ਜਿਹਾ ਇਕੋਨਮੀ ਦਾ ਮਾਡਲ ਬਣ ਚੁੱਕਾ ਆ, ਪ੍ਰੋਫਿਟ ਪੈਸਾ ਲਗਜ਼ੂਰੀਅਸ ਲਾਈਫ ਜਿਹੜੀ ਹੈਗੀ ਏ, ਉਹ ਸਾਡਾ ਸਾਰਿਆਂ ਦਾ ਆਈਡੀਅਲ ਬਣ ਚੁੱਕਾ ਆ। ਤੇ ਉਹਦੇ ਅੰਦਰ ਜੀਣ ਵਾਲਾ ਬੰਦਾ ਹਾਲਤ ਤੇ ਬਣ ਕੇ ਉਹਨੂੰ ਸਭ ਕੁਝ ਹੀ ਭੁੱਲ ਚੱਲਾ। ਇਸ ਵਬਾ ਨੇ ਦੱਸਿਆ ਆ ਕਿ ਜ਼ਿੰਦਗੀ ਇਹ ਵੀ ਹੁੰਦੀ ਏ। ਜਿਹਨੂੰ ਲੋਕਾਂ ਨੇ ਕਿਹਾ ਆਈਸੋਲੇਟ, ਆਪਣੇ ਆਪ ਨਾਲ ਰਹਿਣਾ, ਆਪਣੇ ਪਰਿਵਾਰ ਨਾਲ ਰਹਿਣਾ, ਕੁਝ ਦਿਨਾਂ ਲਈ ਆਲੇ ਦੁਆਲੇ ਵਿੱਚ ਜ਼ਿਆਦਾ ਤੁਰਨਾ ਫਿਰਨਾ ਨਹੀਂ, ਉਸ ਰੂਪ ਦੇ 'ਚ ਕੋਈ ਜਿਹੜੀ ਹੈ ਇੰਟਰੈਕਸ਼ਨ ਨਹੀਂ ਕਰਨੀ। ਲੋਕ ਕਹਿੰਦੇ ਬੜੀ ਵੱਡੀ ਸਜ਼ਾ ਆ। ਤੇ ਇਹਦਾ ਮਤਲਬ ਕੁਦਰਤ ਨੇ ਕੁਝ ਸਿਖਾਇਆ, ਦੱਸਿਆ ਇਸ ਨੂੰ। ਉਹ ਬੰਦੇ ਅਹਿਸਾਸ ਕਰ, ਜਿਹੜਾ ਸਾਹਿਬ ਨੇ ਕਿਹਾ ਨਾ, ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ। ਉਹ ਕਰਤਾਰ ਆਪਣਾ ਬਿਰਧ ਸੰਭਾਲਦਾ। ਬਾਲਕ ਗਲਤੀ ਕਰਦਾ, ਲੱਖ ਅਪਰਾਧ ਕਮਾਉਂਦਾ, ਪਰ ਕਰ ਉਪਦੇਸ਼ ਝਿੜਕੇ ਬਹੁ ਭਾਂਤੀ। ਉਹ ਬੜੇ ਤਰੀਕਿਆਂ ਨਾਲ ਝਿੜਕਦਾ, ਬੜੇ ਤਰੀਕਿਆਂ ਨਾਲ ਸਮਝਾਉਂਦਾ। ਇਹ ਵੀ ਤਰੀਕਾ ਸਮਝਾਉਣ ਦਾ ਮਦਰ ਨੇਚਰ ਦਾ। ਐਡੀ ਵੱਡੀ ਸਾਡੀ ਸਮੱਸਿਆ ਬਣ ਰਹੀ ਹੈ এনवायरमेंट ਦੀ। ਕੋਵਿਡ-19 ਸਮਝੋ ਕਿ ਇੱਕ ਨਾ ਐਕਸਪੈਰੀਮੈਂਟਲ ਲੈਵਲ ਦਾ, ਇੱਕ ਪ੍ਰੀ এনवायरमेंटल ਇਸ਼ੂਜ਼ ਤੋਂ ਅਸੀਂ ਇੱਕ ਟੈਸਟ ਗਲੋਬਲ ਲੈਵਲ ਤੇ ਦਿੱਤਾ ਆ। ਜੇ ਗਲੋਬਲ ਕੋਆਪਰੇਸ਼ਨ ਇੱਕ ਦੂਜੇ ਨਾਲ ਕਰਕੇ ਤੇ ਇਹ ਸਾਰੇ ਤੁਸੀਂ ਬਾਹਰ ਆ ਸਕਦੇ ਆ, ਉਹਦੇ ਤੋਂ ਵੀ ਆ ਸਕਦੇ ਆ। ਜੇ ਇਹਦੇ 'ਚ ਫੇਲ ਹੋ ਗਏ ਸਮਝੋ ਤੇ ਫਿਰ ਪੱਕਾ ਹੀ ਹੈ ਨਾ। ਉਹ ਤੇ ਕੋਈ ਇੱਕ ਮੁਲਕ, ਕੋਈ ਇੱਕ ਖਿੱਤਾ ਚਾਹੇ ਵੀ ਮੈਂ ਸਭ ਕੁਝ ਠੀਕ ਕਰਨਾ ਚਾਹੁੰਦਾ, ਪਰ ਕਿਵੇਂ ਕਰ ਲਏਗਾ। ਐਕਚੁਅਲੀ ਕੁਦਰਤ ਸਿਖਾ ਰਹੀ ਹੈ। ਇਹ ਵੱਡੇ ਲੈਵਲ ਦਾ, ਹਾਇਰ ਲੈਵਲ ਦਾ ਥਾਟ ਉਸ ਲੈਵਲ ਤੇ ਲਿਆ ਜਾਏ। ਬਾਕੀ ਸਾਹਿਬ ਕਹਿੰਦੇ ਕਰਤਾਰ ਦਾ ਬਿਰਧ ਉੱਥੇ ਮਾਫ ਕਰਨ ਵਾਲਾ ਆ। ਅਗਲਾ ਬਚਨ ਆ, ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ। ਜਦੋਂ ਸਾਧੂ ਕਿਰਪਾ ਕਰਦਾ ਤੇ ਸਾਧੂ ਉਹ ਜਿਹੜਾ ਜੀਵਨ ਨੂੰ ਸੁਧਾਰਦਾ, ਸਾਧੂ ਬਣਦਾ ਆਪਣੇ ਆਪ ਦੇ ਵਿੱਚ, ਜਿਹਦੇ ਸਦਕਾ ਜਿਵੇਂ ਆਪਾਂ ਪ੍ਰੇਰਨਾ ਹੁੰਦੀ ਹੈ ਧਰਮ ਦੇ ਖੇਤਰ, ਧਾਰਮਿਕ ਆਗੂਆਂ ਤੋਂ ਲੋਕੀ ਪ੍ਰੇਰਨਾ ਲੈਂਦੇ, ਪ੍ਰੇਰਨਾ ਲੈ ਕੇ ਉਹਨਾਂ ਵਰਗੇ ਬਣਨਾ ਚਾਹੁੰਦੇ। ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਹਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸਿੱਖਿਆ ਲਈ ਤੇ ਉਸ ਸਿੱਖਿਆ ਨੂੰ ਲੈ ਕੇ ਸਭ ਦੇ ਧਰਮ ਦੀ ਰੱਖਿਆ ਦਾ ਸੰਕਲਪ ਜਿਹੜਾ ਹੈ ਇਹ ਸਿੱਖੀ ਆਸ਼ ਵਿੱਚ ਬਚਿਆ। ਅਦਰਵਾਈਜ਼ ਜਿਸ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨਾ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਸ਼ੀਲਤਾ ਕਿਤਾਬਨ ਕੁਰਾਨ ਕੀ ਪਾਪ ਪਰਪਕ ਜਾਤੇ ਧਰਮ ਦਸਕ ਜਾਤੇ ਵਰਨ ਗਰਕ ਜਾਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਇਹ ਮੰਨ ਕੇ ਚੱਲੋ ਜਿਵੇਂ ਅਫਗਾਨਿਸਤਾਨ ਆ, ਆਲ ਦਾ ਵੇ ਏਡੇ ਏਡੇ ਬਾਮਿਆਨ ਦੇ ਬੁੱਤ ਬਣੇ ਹੋਏ ਬੁੱਧਾਂ ਦੇ, ਏਡੇ ਏਡੇ ਵੱਡੇ ਮੰਦਰ, ਸਭ ਇੱਕ ਵੀ ਸ਼ਖਸ ਉੱਥੇ ਨਹੀਂ ਹੈਗਾ ਜਿਹਨੂੰ ਨੂੰ ਵਿਜ਼ਿਟ ਕਰ ਸਕੇ। ਈਰਾਨ ਦੇ ਵਿੱਚ ਪੁਰਾਣੀ ਸੱਭਿਅਤਾ, ਇਰਾਕ ਵਿੱਚ, ਹੋਰ ਦੂਰ ਤੱਕ ਚਲੇ ਜਾਓ, ਇਹ ਵੀ ਬਿਲਕੁਲ ਉਹੀ ਸੀਗਾ। ਤੁਸੀਂ ਮਲੇਸ਼ੀਆ ਚਲੇ ਜਾਓ, ਕਿਤੇ ਕੁਝ ਵੀ ਨਹੀਂ ਮਿਲਦਾ। ਜੇ ਉਹ ਰੁਕਿਆ ਇੱਥੇ, ਜਿਹੜਾ ਡਾਈਵਰਸਿਟੀ ਸੀਗੀ ਜਿਹੜੀ ਕੁਦਰਤ ਨੇ ਬਖਸ਼ੀ ਧਰਤੀ ਦੇ ਉੱਤੇ, ਹਰ ਬੰਦਾ ਇੱਕੋ ਜਿਹਾ ਥੋੜਾ ਹੋ ਸਕਦਾ, ਹਰ ਬੰਦੇ ਦੀ ਪੂਜਾ ਅਰਚਨਾ ਵੀ ਇੱਕੋ ਜਿਹੀ ਹੋ ਸਕਦੀ। ਸੋ ਇਹ ਸਾਰੇ ਨੂੰ ਗੁਰੂ ਮਹਾਰਾਜ ਨੇ ਜਿਸ ਲੈਵਲ ਤੇ ਕਿਹਾ ਕਿ ਮੈਂ ਇਸ ਚੀਜ਼ ਦਾ ਧਾਰਨੀ ਹਾਂ, ਤੇ ਕੀ ਕੀਤਾ, ਗੁਰੂ ਕੇ ਸਿੱਖਾਂ ਨੇ ਉਸ ਰਾਹ ਤੇ ਪਹਿਰਾ ਦਿੱਤਾ ਤੇ ਉਸ ਨੂੰ ਉਸ ਧਰਤੀ ਦੇ ਉੱਤੇ ਸਥਾਪਿਤ ਰੱਖਿਆ। ਮਹਾਰਾਜਾ ਰਣਜੀਤ ਸਿੰਘ ਦਾ ਆਈਡੀਅਲ ਜਿਹੜਾ ਸੈਕੂਲਰ, ਜਿਹੜਾ ਇੱਕ ਤਰ੍ਹਾਂ ਦਾ ਕਹਿ ਲਓ ਕਿ ਜਿਹਨੂੰ ਅਸੀਂ ਰੂਲਿੰਗ ਸਿਸਟਮ ਦੇਖਦੇ ਹੈਗੇ, ਇੱਥੇ ਮਹਾਰਾਜ ਨੇ ਜਿਹੜਾ ਬਿਆਨ ਕੀਤਾ, ਸਾਧ ਜਨਾ ਹੋਏ ਕਿਰਪਾਲਾ। ਜਦੋਂ ਕੋਈ ਸਾਧੂ ਕਿਰਪਾ ਕਰਦਾ, ਜਦੋਂ ਕੋਈ ਇਹੋ ਜਿਹੀ ਹੋਂਦ ਵਾਲੀ ਸ਼ਖਸੀਅਤ ਸਾਨੂੰ ਕੋਈ ਪ੍ਰੇਰਨਾ ਦਿੰਦੀ, ਫਿਰ ਬਿਗਸੇ ਸਭ ਪਰਿਵਾਰਿਆ। ਸਭ ਪਰਿਵਾਰ ਵੈਸੇ ਅਰਥ ਕਰਨ ਲੱਗਿਆ ਇਹਨੂੰ ਸਾਡੇ ਸਰੀਰਕ ਤੌਰ ਦੇ ਪਰਿਵਾਰ ਦੀ ਗੱਲ ਕੀਤੀ, ਗਿਆਨ ਇੰਦਰੇ ਕਰਮ ਇੰਦਰੇ, ਪਰ ਸਾਰਾ ਪਰਿਵਾਰ ਇੱਕ ਗਲੋਬ ਵੀ ਹੈ, ਇਹਦੀ ਵੀ ਗੱਲ ਕੀਤੀ ਜਾ ਸਕਦੀ ਹੈ। ਅੰਤਲੀਆਂ ਲਾਈਨਾਂ ਲੈ ਲੈਣਾ, ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ।
ਭਾਈ ਉਹ ਕਰਤਾਰ ਜਿਹਦੇ ਕਰਕੇ ਸਭ ਵਣ ਤ੍ਰਿਣ ਹਰਿਆ ਹੋਇਆ ਤੇ ਸਭ ਜੀਆਂ ਦਾ ਸਾਧਾਰ ਹੋ ਸਕਦਾ, ਉਹਨਾਂ ਦਾ ਉਧਾਰ ਹੋ ਸਕਦਾ। ਕਰਤਾਰ ਦੇ ਇਸ ਰੰਗ ਦੇ ਵਿੱਚ, ਇਸ ਨਾਮ ਦੇ ਵਿੱਚ, ਇਹਦੀ ਆਭਾ ਦੇ ਅੰਦਰ ਇਹ ਪੋਸੀਬਿਲਿਟੀ ਪਈ ਹੈ। ਮਨ ਇੱਛੇ ਨਾਨਕ ਫਲ ਪਾਏ, ਪੂਰਨ ਇੱਛ ਪੁਜਾਰਿਆ। ਹੇ ਨਾਨਕ ਕਹਿ ਕਿ ਜੇ ਆਪਾਂ ਇਸ ਲੈਵਲ ਤੇ ਸੋਚੀਏ ਤਾਂ ਜੋ ਸਾਡੀਆਂ ਮਨ ਦੀਆਂ ਇੱਛਾਵਾਂ ਹੈਗੀਆਂ ਨੇ, ਤੇ ਮਨ ਦੀਆਂ ਇੱਛਾਵਾਂ ਜੋ ਅਲਾਈਨ ਕਰਦੀਆਂ ਨੇ, ਜੋ ਮੈਚ ਕਰਦੀਆਂ ਨੇ ਕਰਤਾਰ ਦੇ ਨਾਲ, ਕਿਉਂਕਿ ਇੱਥੇ ਸਜਾਤ ਰੂਪ ਹੁੰਦਾ, ਬੇਜਾਤ ਰੂਪ ਨਾ ਹੁੰਦਾ। ਉਹੀ ਚੀਜ਼ ਪੁੱਗਦੀ ਜਿਹੜੀ ਕੁਦਰਤ ਦੇ ਹੁਕਮ ਦੀ ਤਾਮੀਰੀਅਤ ਵਿੱਚ ਸੋਭਦੀ ਹੈ, ਐਪਰੋਪਰੀਏਟ ਆ। ਜੇ ਕਿਤੇ ਉਸ ਕਿਸਮ ਦੇ ਨਾਲ ਬੰਦਾ ਆ ਜਾਏ ਤੇ ਕਰਤਾਰ ਬੜਾ ਬੇਅੰਤ ਹੈ, ਉਹ ਸਾਡੀ ਉਸ ਫਲਪੂਤ ਹੋਣ ਵਾਲੀ ਇੱਛਾ ਨੂੰ ਪ੍ਰਫੁੱਲਤ ਵੀ ਕਰ ਦਿੰਦਾ ਹੈਗਾ। ਸਭ ਰਹਿਮਤ ਕਰਨੇ ਨਾਲ ਮੀ ਵਾਕਾਂ ਚੋਂ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਸਰਬੱਤ ਦੇ ਕਲਿਆਣ ਹੇਤ ਜੋ ਸਾਨੂੰ ਅਰਦਾਸ ਸਿਖਾਈ ਗਈ, ਉਸ ਅਰਦਾਸ ਤੇ ਅਸੀਂ ਪਹਿਰਾ ਦਈਏ। ਬਾਕੀ ਹਾਂ, ਸਿੱਖਿਆ ਇਹ ਹੈ ਕਿ ਕੁਦਰਤ ਨੇ ਜੀਵਨ ਦਿੱਤਾ ਹੈ, ਜੀਵਨ ਦੀ ਰੱਖਿਅਕ ਵੀ ਕੁਦਰਤ ਆਪ ਹੀ ਹੈ। ਬਸ ਕਾਦਰ ਦੇ ਇਸ ਹੁਕਮ ਨੂੰ ਪਾਲਦੇ ਹੋਏ ਜੇ ਤੁਰਾਂਗੇ, ਦੁਨੀਆ ਦੀ ਕੋਈ ਵਬਾ, ਕੋਈ ਚੀਜ਼ ਸਾਡੇ ਤੋਂ, ਉਸ ਵਾਹਿਗੁਰੂ ਤੋਂ ਵੱਡੀ ਨਹੀਂ ਹੈ। ਉਹਦੇ ਵਾਹਿਗੁਰੂ ਦਾ ਨਾਮ ਦਾ ਸਹਾਰਾ ਲਿਆ ਹਰ ਚੀਜ਼ ਤੋਂ ਬਾਹਰ ਆ ਸਕੀਦਾ ਹੈ। ਇਹ ਸ਼ਬਦ ਦੀ ਪ੍ਰੇਰਣਾ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦੇ ਹੋਏ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।